देश दुनिया च बसते पंजाबियों ਨੂੰ ਜੀ ਆਇਆਂ। मैं हरजिंदर सिंह रंधावा, तुम देख रहे हो पंजाब टेलीविजन और मेरे नाल ने सरदार नरिंदरपाल सिंह। सरदार साहब, तीन उलझे हुए मुद्दों के अंदर झाकण की कोशिश करते हैं। सब तो पहला संयुक्त किसान मोर्चे के अंदरली कशमकश। दूजा सवाल कैप्टन अमरिंदर सिंह की रातां की नींद का उड्डना। तीजा सवाल नवजोत सिंह सिद्धू का स्पष्ट होंदा पैंतड़ा। ਤੇ ਨੰਬਰ 4 ਕੱਚ ਘਰੜ ਰਾਜਨੀਤੀ ਦੀ ਸਭ ਤੋਂ ਸਿਖਰਲੀ ਉਦਾਹਰਨ ਕਿ ਆਪਣੇ ਹੀ ਕਿਸੇ ਸਥਾਪਿਤ ਆਗੂ ਨੂੰ ਪਾਸੇ ਕਰਕੇ ਨਵਾਂ ਆਗੂ ਸਥਾਪਿਤ ਕਰਨ ਦੀ ਕੋਸ਼ਿਸ਼ ਵਿੱਚ ਕੁਝ ਨਵੇਂ ਲੋਕ ਜਿਹੜੇ ਉਹਨਾਂ ਦੇ ਅੰਦਰ ਨਾਰਾਜ਼ਗੀ ਪੈਦਾ ਕਰ ਲਓ। ਇੱਕ ਮੁੱਦਾ ਹੋਰ ਜੋੜ ਲਓ, ਉਹ ਕਿਹੜਾ ਕਿ ਜਦੋਂ ਰੁਜ਼ਗਾਰ ਦੀ ਭਾਲ ਦੇ ਵਿੱਚ ਅਸੀਂ ਮੰਤਰੀਆਂ ਤੇ ਮੁੱਖ ਮੰਤਰੀ ਦਾ ਘਰਾਓ ਹੁੰਦਾ ਦੇਖਿਆ, ਲੇਕਿਨ ਨਹਿਰ ਛਾਲਾਂ ਵੱਜਣ ਵਾਲੀ ਦੇਖੀਆਂ, ਉਹ ਵੀ ਅੱਜ ਆਪਣੇ ਅੱਖੀ ਵੇਖ ਲਈ। ਉੱਤੇ ਵੀ ਚਰਚਾ ਕਰ ਲੈਨੇ ਆ। लेकिन दोस्तों पंजाब की राजनीति कंपलैक्स किस्म की राजनीति है। हालांकि जे तुसी थोड़ा जिहा तिरछी नज़र नाल देखोगे तो चीज़ां क्लीयर भी होंदियां जांदियां। जेकर असीं किसान अंदोलन दे अंदर दी कशमकश वल जावांगे तो उस तो पहलां जे नवजोत सिंह सिद्धू दे साफ होंदे पैंतड़ियां जां पॉपुलर पॉलिटिक्स नूं पकड़न दा यतन इहनूं नाल लै लईए ते कोई अतकथ नहीं। अज ਜਦੋਂ ਨਵਜੋਤ ਸਿੰਘ ਸਿੱਧੂ ਲੱਖਾ ਸਿਧਾਣਾ ਦੇ ਕਜ਼ਨ ਤੇ ਹੋਏ ਤਸ਼ੱਦਦ ਦੇ ਹੱਕ 'ਚ ਖਲੋਂਦੇ ਆ ਤਾਂ ਉਦੋਂ ਉਹ ਇਹ ਵੀ ਸਪਸ਼ਟ ਕਰ ਰਹੇ ਆ ਸੰਕੇਤਕ ਰੂਪ 'ਚ ਕਿ ਮੇਰੀ ਰਾਜਨੀਤੀ ਕਿਹੋ ਜੀ ਹੋਊਗੀ। ਕਾਂਗਰਸ ਦੀ ਪੈੜ 'ਚੋਂ ਪੈਰ ਬਾਹਰ ਰੱਖਦੇ ਆ, ਨਵੀਂ ਕਿਸਮ ਦੇ ਜਿਹੜੇ ਪੈਂਤੜੇ ਆ ਉਹਨਾਂ ਨੂੰ ਵੈਲਕਮ ਕਰਦੇ ਆ। ਉਹ ਲੋਕ ਜਿਹੜੇ ਪਪੂਲਰ ਨੇ, ਉਹ ਲੋਕ ਜਿਨ੍ਹਾਂ ਦੇ ਨਾਲ ਖਲੋ ਕੇ ਇਹ ਪਬਲਿਕ ਨਾਲ ਖਲੋਤੇ ਮਹਿਸੂਸ ਹੋਣ, ਉਧਰ ਨੂੰ ਤੁਰਿਆ ਗਿਆ। ਜਾਂ ਇਹ ਕਹਿ ਲਓ ਕਿ ਉਹ ਮੁੱਦੇ ਜਿੱਥੇ ਸਾਡੇ ਸਿਆਸਤਦਾਨ ਬੋਲਣਾ ਜ਼ਰੂਰੀ ਨਹੀਂ ਸਮਝਦੇ ਤੇ ਫਿਰ ਤੇ ਕਿਉਂਕਿ ਮਸਲਾ ਜੁੜਿਆ ਇੱਕ ਨੌਜਵਾਨ ਦੇ ਉੱਤੇ ਦਿੱਲੀ ਪੁਲਿਸ ਵੱਲੋਂ ਕੀਤੇ ਤਸ਼ੱਦਦ ਦਾ। ਪਰ ਸਰ ਜੇ ਉਹਦੇ ਤੇ ਬੋਲਿਆ ਜਾ ਸਕਦਾ ਸੀ ਤੇ ਸਭ ਤੋਂ ਸਾਡੇ ਸਮਿਆਂ ਦਾ ਕਰੂਸ਼ਲ ਫੈਸਲਾ ਆਉਂਦਾ ਹੈ ਬੇਅਦਬੀ ਮਾਮਲਿਆਂ 'ਚ ਕਿ ਇੱਕ 3 ਸਾਲ ਦੀ SIT ਦੀ ਜਾਂਚ ਰਿਪੋਰਟ ਪਾਸੇ ਰੱਖਤੀ ਗਈ। ਸਿੱਧੂ ਸਾਹਿਬ ਅਦਾਲਤੀ ਮਾਨਹਾਨੀ ਤੋਂ ਬਚਦਿਆਂ ਟਿੱਪਣੀ ਤਾਂ ਦੇ ਹੀ ਸਕਦੇ ਸੀ। ਬਿਲਕੁਲ ਸਿਸਟਮ ਤੇ ਵਿਵਸਥਾ ਤੇ ਟਿੱਪਣੀ ਕੀਤੀ ਜਾ ਸਕਦੀ ਸੀ, ਲੋਕ ਕਰ ਰਹੇ ਆ। ਘੱਟੋ ਘੱਟ ਜਿਹੜੀ ਉਹਨਾਂ ਦੀ ਨਵਜੋਤ ਸਿੱਧੂ ਨੂੰ ਵਿੱਚ ਜੋੜ ਕੇ ਕਹਿ ਰਿਹਾ, ਘੱਟੋ ਘੱਟ ਜਿਹੜੀ ਉਹਨਾਂ ਦੀ ਪਾਰਟੀ ਦੀ ਜਾਂ ਉਹਨਾਂ ਦੀ ਸਰਕਾਰ ਦੀ ਸਮੇਤ ਨਵਜੋਤ ਸਿੰਘ ਸਿੱਧੂ ਦੀ ਜਿਹੜੀ ਇਸ ਵੇਲੇ ਪੰਜਾਬੀ ਜੀ ਕੋ ਪਿੱਠ ਲੱਗੀ ਆ, ਉਹਦੇ ਉੱਤੇ ਤੇ ਬੋਲ ਸਕਦੇ ਸੀ। ਨਾਲੇ ਉਹ ਵਿਧਾਨ ਸਭਾ ਦਾ ਸੈਸ਼ਨ ਕਿਸੇ ਤੋਂ ਭੁੱਲਿਆ ਜਿਹਦੇ ਵਿੱਚ ਤੁਸੀਂ ਝੋਲੀ ਅੱਡੀ। ਹਾਂ, ਇਨਸਾਫ ਦੀ ਝੋਲੀ 'ਚ ਇਹਨਾਂ ਅੱਡੀ ਸੀ 100%। ਔਰ ਦੂਜੀ ਗੱਲ ਇਹ ਵੀ ਕਿਹਾ ਸੀ ਕਿ ਜੇ ਅਸੀਂ ਗੁਰੂ ਦੇ ਲਈ ਇਨਸਾਫ ਦਾ ਪ੍ਰਬੰਧ ਨਹੀਂ ਕਰ ਸਕਦੇ ਤੇ ਸਾਨੂੰ ਕਿਸੇ ਤਰ੍ਹਾਂ ਦੀ ਸਿਆਸਤ ਦੇ ਵਿੱਚ ਆਉਣ ਦਾ ਹੱਕ ਵੀ ਹੈ ਨਹੀਂ। ਬਿਲਕੁਲ। ਆਖਰ ਇਹ ਜਿਹੜੀ ਤੁਹਾਡੀ ਧਾਰਨਾ ਤੇ ਤੁਹਾਡਾ ਨਜ਼ਰੀਆ ਕਿਉਂ ਬਦਲ ਜਾਂਦਾ ਵਿੱਚ ਵਿਚਾਲੇ ਮਹੀਨਿਆਂ 'ਚ? ਬਿਲਕੁਲ ਤੁਸੀਂ ਜਿਸ ਵਿਸ਼ੇ ਤੇ ਲੜਦੇ ਨਜ਼ਰ ਆਉਂਦੇ ਹੋ, ਜਿਸ ਵਿਸ਼ੇ ਦੇ ਉੱਤੇ ਤੁਸੀਂ ਆਪਣੀ ਸਿਆਸਤ ਨੂੰ ਕੇਂਦਰਿਤ ਮਹਿਸੂਸ ਕਰਦੇ ਹੋ ਕਿ ਸਾਡਾ ਗੁਰੂ ਸੇਫ ਨਹੀਂ, ਸਾਡੀ ਕਾਹਦੀ ਸਿਆਸਤ, ਅੱਜ ਤੁਹਾਡੀ ਚੁੱਪ ਨੂੰ ਅਸੀਂ ਕਿਸ ਅਰਥਾਂ 'ਚ ਲਈਏ? ਮੈਂ ਨਹੀਂ ਕਹਿੰਦਾ ਕਿ ਨਵਜੋਤ ਸਿੰਘ ਸਿੱਧੂ ਅਦਾਲਤ ਦੇ ਫੈਸਲੇ ਤੇ ਟਿੱਪਣੀ ਕਰਨ, ਨਾ ਮੈਨੂੰ ਹੱਕ, ਨਾ ਤੁਹਾਨੂੰ, ਨਾ ਸਿੱਧੂ, ਨਾ ਕਿਸੇ ਨੂੰ ਵੀ। ਅਦਾਲਤ ਦੇ ਫੈਸਲੇ ਕਿਸੇ ਨਾ ਕਿਸੇ ਜਗ੍ਹਾ ਤੇ ਟਿਕੇ ਹੁੰਦੇ ਹੋਣਗੇ, ਉਹ ਜਦੋਂ ਸਟੇਟਮੈਂਟ ਉਹਨਾਂ ਦਾ ਕੋਈ ਜੱਜਮੈਂਟ ਆਊ ਪਤਾ ਲੱਗ ਜੂ। ਲੇਕਿਨ ਸਿੱਧੂ ਸਾਹਿਬ ਪੰਜਾਬ ਸਰਕਾਰ ਵੱਲੋਂ ਵਕੀਲਾਂ ਦੀ ਫੌਜ ਵੱਲੋਂ ਕੀਤੀ ਪੈਰਵਾਈ ਐਡਵੋਕੇਸੀ ਤੇ ਗੱਲ ਕਰ ਸਕਦੇ ਸੀ, ਸਰਕਾਰ ਦੇ ਐਟੀਟਿਊਡ ਤੇ ਕਰ ਸਕਦੇ ਸੀ। ਵਿਰੋਧੀ ਧਿਰਾਂ ਜਿਹੜੀਆਂ ਆਪਣੇ ਆਪ ਨੂੰ ਬਚਾਉਣ ਲਈ ਇਹਦੇ ਹੱਕ 'ਚ ਆਈਆਂ, ਸਮਰਥਨ 'ਚ ਕਿ ਫੈਸਲਾ ਬੜਾ ਵਧੀਆ, ਉਹਨਾਂ ਤੇ ਟਿੱਪਣੀ ਕਰ ਸਕਦੇ ਸੀ। ਉਹ ਉਸ ਪੁਲਿਸ ਅਫਸਰ ਨੂੰ ਕੁੰਵਰ ਵਿਜੇ ਪ੍ਰਤਾਪ ਦੀ ਪਿੱਠ ਥਪਥਪਾ ਸਕਦੇ ਸੀ, ਐਪਰੀਸ਼ੀਏਟ ਕਰ ਸਕਦੇ ਸੀ, ਜਿਹਦੇ ਨਾਲ ਉਹ ਸਦਾ ਖੜੇ ਰਹੇ, ਜਿਹਦੇ ਨਾਲ ਨਵਜੋਤ ਸਿੰਘ ਸਿੱਧੂ ਜਦੋਂ BJP ਦੀ ਸਰਕਾਰ ਦੇ ਨਾਲ ਉਲਝ ਗਏ ਸੀ। ਤੁਹਾਨੂੰ ਯਾਦ ਹੈ? ਬਿਲਕੁਲ ਬਿਲਕੁਲ। ਇਹ ਜੇਕਰ ਤੁਹਾਡੀ ਚੁੱਪ ਇਹਨਾਂ ਸਾਰੇ ਮਸਲਿਆਂ 'ਚ ਹੈ ਤਾਂ ਫਿਰ ਤੁਹਾਡਾ ਵਿਊ ਪੁਆਇੰਟ ਲੋਕ ਸਮਝਣਾ ਚਾਹੁੰਦੇ ਆ ਕਿ ਆਖਰ ਇਹ ਉਸ ਵਿਧਾਨ ਸਭਾ ਦੇ ਸੈਸ਼ਨ ਤੋਂ ਬਾਅਦ ਹੁਣ ਤੱਕ ਆਉਂਦੇ ਆ ਬਦਲ ਕਿੱਦਾਂ ਗਏ। ਬਿਲਕੁਲ ਸਹੀ ਗੱਲ। ਜਾਂ ਤਾਂ ਇਨਸਾਫ ਮਿਲ ਗਿਆ ਜਾਂ ਫਿਰ ਤੁਸੀਂ ਇਨਸਾਫ ਲੈਣਾ ਨਹੀਂ ਚਾਹੁੰਦੇ। ਦੇਖੋ ਬੜਾ ਸਾਫ਼ ਹੈ ਕਿ ਤੁਸੀਂ ਆਏ ਕਾਦੇ ਵਾਸਤੇ ਸੀ ਜੀ, ਤੁਸੀਂ ਆਏ ਕਾਦੇ ਵਾਸਤੇ ਸੀ, ਕੀ ਤੁਹਾਡੇ ਆਉਣ ਦਾ ਮਕਸਦ ਪੂਰਾ ਹੋ ਗਿਆ? ਅਸੀਂ ਇਹ ਹਰਗਿਜ਼ ਨਹੀਂ ਕਵਾਂਗੇ ਕਿ ਤੁਸੀਂ ਲੱਖਾ ਸਿਧਾਣਾ ਦੇ ਜਿਹੜੇ ਚਾਚੇ ਦਾ ਪੁੱਤਰ ਹੈ ਜੋ ਉੱਤੇ ਤਸ਼ੱਦਦ ਹੋਇਆ ਉਹਦੇ ਹੱਕ 'ਚ ਨਾ ਬੋਲੋ। ਨਹੀਂ, ਉਹ ਠੀਕ ਹੈ, ਉਹ ਬੋਲੇ ਨੇ, ਚੰਗਾ ਹੈ, ਬੋਲੇ। ਉੱਥੇ ਵੀ ਤੁਸੀਂ ਆਪਣੀ ਸਰਕਾਰ ਤੇ ਸਿੱਧਾ ਨਿਸ਼ਾਨਾ ਬਣਾਇਆ ਆ। ਜਦੋਂ ਤੁਸੀਂ ਉਹ ਕਹਿੰਦੇ ਕਿ ਆਖਰ ਇਹ ਕਿਹਦੇ ਇਸ਼ਾਰੇ ਤੇ ਹੋ ਰਿਹਾ, ਕੌਣ ਆ ਮਗਰ, ਤੁਸੀਂ ਸਵਾਲ ਪਾ ਰਹੇ ਹੋ
ਕਿਉਂਕਿ ਇੱਕ ਦੂਸਰੇ ਸੂਬੇ ਦੀ ਪੁਲਿਸ ਤੁਹਾਡੇ ਸੂਬੇ ਜਾ ਕੇ ਗੱਲ ਕਰ ਰਹੀ, ਤੁਸੀਂ ਆਪਣੀ ਸਰਕਾਰ ਨੂੰ ਵੀ ਕਟਹਿਰੇ ਖੜਾ ਕਰ ਰਹੇ ਕਿ ਹੋ। ਤੁਹਾਨੂੰ ਪੁੱਛੇ ਬਿਨਾ ਕੋਈ ਤੁਹਾਡੇ ਕੋਲੋਂ ਬੰਦਾ ਕਿਵੇਂ ਚੁੱਕ ਸਕਦੀ। ਬਿਲਕੁਲ ਸਹੀ। ਲੇਕਿਨ ਸਰਦਾਰ ਸਾਹਿਬ, ਨਵਜੋਤ ਸਿੰਘ ਸਿੱਧੂ ਦੇ ਇਸ ਬਦਲਦੇ ਪੈਂਤੜੇ ਚੋਂ ਕੱਲ ਦੀ ਆਉਂਦੀ ਸਿਆਸਤ ਦੀ ਬੂ ਵੀ ਆਉਂਦੀ। ਜ਼ਰੂਰ ਜ਼ਰੂਰ ਤੁਹਾਨੂੰ ਇਹ ਦੇਖਣਾ ਹੋਊਗਾ ਕਿ ਸਿੱਧੂ ਨੌਜਵਾਨਾਂ 'ਚ ਪਪੂਲਰ ਰਹੇ ਨੇ, ਜੀ ਸਿੱਧੂ ਇਮਾਨਦਾਰ ਪੋਲਿਟਿਕਸ ਦਾ ਚਿਹਰਾ ਰਹੇ ਨੇ, ਜੀ ਤੇ ਸਿੱਧੂ ਅਗਰੈਸਿਵ ਪੋਲਿਟਿਕਸ ਦਾ ਵੀ ਚਿਹਰਾ ਨੇ। ਹੁਣ ਜਦੋਂ ਉਹਨਾਂ ਧਿਰਾਂ ਦਾ ਜਿਨ੍ਹਾਂ ਦੇ ਸੋਸ਼ਲ ਮੀਡੀਆ ਤੇ ਅੱਛੇ ਗੱਲ ਤੁਰਦੀ ਹੈ, ਜੇ ਉਹਨਾਂ ਦੇ ਹੱਕ 'ਚ ਸਿੱਧੂ ਆਉਂਦੇ ਆ, ਬੀਤੇ ਕੁਝ ਸਮੇਂ ਤੋਂ, ਬੀਤੇ ਕੁਝ ਮਹੀਨਿਆਂ ਤੋਂ ਜੇ ਕਹੀਏ ਕਿ ਨਵਜੋਤ ਸਿੱਧੂ ਮਾਝੇ ਨੂੰ ਛੱਡ ਕੇ ਮਾਲਵੇ ਵੱਲ ਜ਼ਿਆਦਾ ਐਕਟਿਵ ਨੇ ਇਸ ਵੇਲੇ। ਕਿਤੇ ਇੰਜ ਤਾਂ ਨਹੀਂ ਲੱਗਦਾ ਕਿ ਹੁਣ ਤੱਕ ਦੇ ਬਹੁਤੇ ਮੁੱਖ ਮੰਤਰੀ ਮਾਲਵੇ 'ਚ ਆਉਂਦੇ ਰਹੇ ਆ? ਹਾਂ। ਸਿੱਧੂ ਸਾਹਿਬ ਨੂੰ ਲੱਗਦਾ ਹੈ ਕਿਸੇ ਨੇ ਸੁਝਾਅ ਦੇ ਦਿੱਤਾ ਹੋਏਗਾ ਕਿ ਮਾਲਵੇ 'ਚ ਮੁੱਖ ਮੰਤਰੀ ਹੁੰਦੇ ਆ, ਮਾਝੇ 'ਚ ਘੱਟਵਾਦੀ ਹੁੰਦੇ, ਕਿਤੇ ਕਿਤੇ ਵਾਰੀ ਆਉਂਦੀ ਆ। ਆਹੋ, ਪ੍ਰਤਾਪ ਸਿੰਘ ਕੈਰੋਂ ਤੋਂ ਬਾਅਦ ਕੋਈ ਨਹੀਂ ਬਣਿਆ। ਉਹਨਾਂ ਕਿਹਾ ਕਿ ਬਾਅਦ 'ਚ ਤੁਹਾਡਾ ਖਾਤਾ ਬੰਦ ਹੋ ਗਿਆ ਸੀ, ਇਸ ਕਰਕੇ ਮਾਲਵੇ 'ਚ ਜਾਓ। ਪਰ ਉਹਨਾਂ ਦੇ ਵੀ ਇੱਕ ਸ਼ਰੀਕ ਨੇ ਪ੍ਰਤਾਪ ਸਿੰਘ ਬਾਜਵਾ, ਜੀ, ਜਿਹੜੇ ਕਹਿੰਦੇ ਕਿ ਮੇਰੇ ਬਾਪ ਨੇ ਮੇਰਾ ਨਾਮ ਪ੍ਰਤਾਪ ਸਿੰਘ ਕੈਰੋਂ ਦੇ ਨਾਂ ਤੇ ਇਨਸਪਾਇਰਡ ਹੋ ਕੇ ਰੱਖਿਆ ਸੀ, ਪ੍ਰਤਾਪ ਸਿੰਘ। ਦੇਖੋ ਇਹਨੂੰ ਅਸੀਂ ਨਹੀਂ ਮੰਨਦੇ। ਨਹੀਂ ਸਰਦਾਰ ਜੀ, ਅੱਜ ਕੱਲ ਉਹ ਵੀ ਤਾਂ ਜਿਉਂਦੇ ਫਿਰਦੇ ਆ ਆਪਣੇ ਡੌਲੇ ਕਿ ਜੇ ਮੰਨ ਲਓ ਜੀ 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 ਆਮ ਆਦਮੀ ਪਾਰਟੀ ਕੋ ਵੀ ਚਿਹਰਾ ਹੈ ਨਹੀਂ, ਜੀ ਤੇ ਜੇ ਬੀਜੇਪੀ ਦੀ ਕਿਸਾਨਾਂ ਨਾਲ ਮੁੱਕ ਜਾਂਦੀ ਲੜਾਈ ਤੇ ਉਹਨੇ ਵੀ ਪੰਜਾਬ 'ਚ ਲੜਨੀ ਹੈ। ਉਦੋਂ ਚਿਹਰੇ ਤਾਂ ਚਾਹੀਦੇ ਆ ਨਾ, ਮੁੱਖ ਮੰਤਰੀ ਦੇ ਚਿਹਰੇ ਤੋਂ ਬਿਨਾਂ ਲੜਾਈ ਨਹੀਂ ਲੜੀ ਹੁੰਦੀ। ਲੇਕਿਨ ਚਿਹਰੇ ਵੀ ਉਹ ਚਾਹੀਦੇ ਨੇ ਜਿਹੜੇ ਚਿਹਰੇ ਲੋਕਾਂ ਨੂੰ ਪ੍ਰਵਾਨ ਹੋ ਜਾਣ। ਸਿੱਧੂ ਸਾਹਿਬ ਨੇ ਜਿਹੜਾ ਇਹ ਪੈਂਤੜਾ ਅਖਤਿਆਰ ਕੀਤਾ ਹੈ, ਜੀ। ਇਹ ਪਪੂਲਰ ਪੋਲਿਟਿਕਸ ਵੱਲ ਜਾਂਦਾ ਰਾਹ ਵਾ। ਬਿਲਕੁਲ ਲੋਕਾਂ ਨੂੰ ਕਲਾਵੇ 'ਚ ਲੈਣ ਵਾਸਤੇ ਇੱਕ ਕਦਮ ਹੈ, ਔਰ ਨਾਲੇ ਵੀ ਸੰਕੇਤ ਆ ਕਿ ਮੈਂ ਤੁਹਾਡਾ ਤੇ ਤੁਸੀਂ, ਜੇ ਮੇਰੇ ਸਰਕਾਰਾਂ ਨਹੀਂ ਚੱਲਦੀਆਂ ਤੁਸੀਂ ਸਾਂਭ ਲਓ। ਇਸ ਕਦਮ ਦਾ ਖੈਰ ਮਕਦਮ, ਲੇਕਿਨ ਚੂਜੀ ਨਹੀਂ ਹੋਣਾ ਚਾਹੀਦਾ ਕਿ ਕੋਈ ਇੱਕ ਫੜ ਲਓ ਦੂਜਾ ਛੱਡ ਦਿਓ। ਜੇ ਲੋਕਾਂ ਦੇ ਹੱਕ 'ਚ ਖਲੋਣਾ, ਹਰ ਮੁੱਦੇ ਤੇ ਖਲੋ, ਲੜਾਈ ਲੜੋ, ਪੈਰ ਜੋੜ ਕੇ ਛੱਕਾ ਮਾਰੋ, ਲੋਕ ਤਾੜੀ ਦੇਣਗੇ, ਜਿਹੜੀ ਮੰਗ ਕੇ ਲੈਂਦੇ ਹੋ ਆਪ ਮਾਰਿਆ ਦੇਣਗੇ। ਠੀਕ ਹੈ ਨਾ। ਤੇ ਸਰਦਾਰ ਜੀ, ਜਦੋਂ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਪੋਲਿਟਿਕਸ ਵੱਲ ਜਾਂਦੇ ਆ, ਜੀ, ਆਪਣੇ ਘਰ ਦੇ ਵਿੱਚ ਆਪੇ ਹੀ ਵੱਟੇ ਮਾਰਨੇ। ਇੱਕ ਤੁਸੀਂ ਨੁਕਤਾ ਛੱਡ ਗਏ ਵਿੱਚੋਂ, ਉਹ ਕੀ? ਤੁਸੀਂ ਗੱਲ ਕੀਤੀ ਸੀ ਸੰਯੁਕਤ ਕਿਸਾਨ ਮੋਰਚੇ ਤੋਂ। ਨਹੀਂ, ਆਪਾਂ ਉਧਰ ਆਉਨੇ ਆ। ਜੀ, ਉਹ ਬਹੁਤ ਕੰਪਲੈਕਸ ਮੁੱਦਾ ਹੈ ਜੀ, ਕਿ ਆਖਰ ਲੱਖਾ ਸਦਾਣਾ ਨੂੰ ਅਸਕੌਟ ਕਰਕੇ ਲੈ ਕੇ ਜਾ ਰਹੇ ਬਲਦੇਵ ਸਿੰਘ ਸਿਰਸਾ, ਸੁਰਜੀਤ ਫੂਲ। ਬਿਲਕੁਲ ਠੀਕ ਹੈ ਜੀ। ਸੰਯੁਕਤ ਕਿਸਾਨ ਮੋਰਚੇ ਦੇ ਕੁਝ ਆਗੂ ਮਾਸ਼ੀਵਾੜਾ ਸਾਹਿਬ ਦੀ ਧਰਤੀ ਤੋਂ ਮੇਰੇ ਖਿਆਲ ਲੱਖੇ ਸਦਾਣੇ ਨੂੰ ਲੈ ਕੇ ਦਿੱਲੀ ਨੂੰ ਕੂਚ ਕਰਦੇ। ਜੀ ਜੀ। ਲੱਖਾ ਸਦਾਣਾ ਇੱਕ ਆਈਕਨ ਬਣਾ ਕੇ ਲਿਜਾਇਆ ਜਾ ਰਿਹਾ ਸੀ ਕਿ ਨੌਜਵਾਨੀ ਆ ਗਈ। ਅਸੀਂ ਲੱਖਾ ਸਦਾਣਾ ਨੂੰ ਡਿਨਾਈ ਨਹੀਂ ਕਰਦੇ, ਅਸੀਂ ਉਹਦੇ ਰੋਲ ਨੂੰ ਪਾਸੇ ਨਹੀਂ ਕਰਦੇ, ਉਹਦਾ ਇੱਕ ਰੋਲ ਹੋ ਸਕਦਾ ਹੈ। ਲੇਕਿਨ ਕੀ ਉਸ ਤਰ੍ਹਾਂ ਦਾ ਐਟੀਟਿਊਡ ਜਾਂ ਲੱਖਾ ਸਦਾਣਾ ਟਾਈਪ ਪੋਲਿਟਿਕਸ ਸੰਜੀਦਾ ਪੋਲਿਟਿਕਸ ਹੈ? ਨਹੀਂ, ਦੇਖੋ ਕਾਰਨ ਇਹ ਆ ਕਿ ਸੰਯੁਕਤ ਕਿਸਾਨ ਮੋਰਚਾ ਜਿਹੜਾ ਹੈ, ਜਦੋਂ ਅਸੀਂ ਕਹਿੰਦੇ ਕਿ ਤੁਸੀਂ ਪੈਰ ਤੇ ਆਪਣੇ ਕੀਤੇ ਕੰਮਾਂ ਦਾ ਮੁਲਾਂਕਣ ਕਰੋ, ਹੋ ਸਕਦਾ ਕਿਤੇ ਸੰਯੁਕਤ ਕਿਸਾਨ ਮੋਰਚੇ ਨੂੰ ਵੀ ਲੱਗਾ ਹੋਵੇ ਕਿ ਅਸੀਂ ਲੱਖਾ ਸਦਾਣਾ ਤੋਂ ਪਿਛਾਂ ਹਟ ਕੇ ਅਸੀਂ ਉਹਦੇ ਨਾਲ ਨਹੀਂ ਖਲੋਤੇ, ਅਸੀਂ ਦੀਪ ਸਿੱਧੂ ਦੇ ਨਾਲ ਨਹੀਂ ਖਲੋਤੇ, ਅਸੀਂ ਦੂਸਰੇ ਜਿਹੜੇ ਮੁੰਡੇ ਸੀ ਉਹਨਾਂ ਦੇ ਹੱਕ 'ਚ ਨਹੀਂ ਗਏ, ਬਹੁਤਾ ਅੱਗੇ ਹੋ ਕੇ ਨਹੀਂ, ਮੋਹਰੀ ਹੋ ਕੇ ਨਹੀਂ ਬੋਲੇ, ਤੇ ਸਾਨੂੰ ਇਹ ਜਿਹੜਾ ਸਾਡਾ ਨਾਲ ਸਹਿਯੋਗ ਸੀ ਸਾਡਾ ਨੌਜਵਾਨਾਂ ਦਾ, ਉਹ ਘਟ ਗਿਆ। ਸਰਦਾਰ ਨਹੀਂ ਸਰਦਾਰ ਜੀ, ਥੋੜਾ ਜਿਹਾ ਜਜ਼ਬਾਤੀ ਨਾ ਹੋਵੋ ਜੀ, ਸਹਿਮਤ ਹੋਵੋ ਮੇਰੇ ਨਾਲ ਕਿ ਦਿੱਲੀ ਦੀਆਂ ਬਰੂਹਾਂ ਤੇ ਪੰਜਾਬੀਆਂ ਨੇ ਜਲੌ ਬਹਾਇਆ। ਬਿਲਕੁਲ ਸਹੀ ਗੱਲ। ਦਿੱਲੀ ਦੀਆਂ ਬਰੂਹਾਂ ਤੇ ਪੰਜਾਬ ਜੀਂਦਾ ਜਾਗਦਾ ਨੱਚਿਆ ਜੀ। ਸਾਡੀ ਕੋਈ ਵਰਗ ਨਹੀਂ ਬਚਿਆ ਜਿਹੜਾ ਉੱਥੇ ਨਹੀਂ ਸੀ। ਫਿਰ 26 ਜਨਵਰੀ ਵਾਪਰਦੀ ਹੈ। 26 ਜਨਵਰੀ ਤੋਂ ਪਹਿਲਾਂ 25 ਦੀ ਰਾਤ ਦੀਆਂ ਘਟਨਾਵਾਂ 'ਚ ਕੌਣ ਜ਼ਿੰਮੇਵਾਰ ਆ, ਕੀ ਉਹਦੀ ਨਿਸ਼ਾਨਦੇਹੀ ਨਹੀਂ ਕਰੋਗੇ? ਬਿਲਕੁਲ। ਤੇ ਜੇ ਉਹਦੇ ਵਿੱਚ ਉਸ ਰਾਤ ਲੱਖਾ ਸਦਾਣਾ ਔਰ ਦੀਪ ਸਿੱਧੂ ਸਟੇਜ ਤੇ ਸੀ, ਤੇ ਲੱਖਾ ਸਦਾਣਾ ਜਿਹੜੇ ਇਹਨਾਂ ਨੂੰ ਸਾਰਿਆਂ ਨੇ ਵੱਖ ਕੀਤਾ ਸੀ। ਮੈਂ ਕਿਹਾ ਸਰਦਾਰ ਜੀ, ਜਿਹੜੀ ਇੱਧਰ ਮਾਝੇ ਦੀ ਕਿਸਾਨ ਜਥੇਬੰਦੀ ਸੀ ਪੰਧੇਰ ਹੋਣਾ ਵਾਲੀ, ਪੰਨੂ ਪੰਧੇਰ ਵਾਲੀ ਜਥੇਬੰਦੀ ਦੇ ਨਾਲ ਲੱਖਾ ਸਦਾਣਾ ਜਾਂਦਾ ਹੈ, ਦੀਪ ਸਿੱਧੂ ਪ੍ਰਗਟ ਹੁੰਦਾ ਜਾ ਕੇ ਲਾਲ ਕਿਲੇ ਤੇ। ਜੇਕਰ ਲੱਖਾ ਸਦਾਣਾ ਨੌਜਵਾਨਾਂ ਨੂੰ 25 ਸ਼ਾਮ ਨੂੰ ਇਹ ਕਹਿ ਕੇ ਸ਼ਾਂਤ ਕਰਦਾ ਹੈ ਕਿ ਜਿਹੜੇ ਪੰਧੇਰ ਤੇ ਪੰਨੂ ਵਾਲੀ ਜਥੇਬੰਦੀ ਚੱਲੀ ਆ ਰਿੰਗ ਰੋਡ ਤੇ, ਤੁਸੀਂ ਉਧਰ ਚੱਲ ਜਾਓ, ਹੁਣ ਸ਼ਾਂਤ ਹੋਵੋ, ਉਧਰ ਚੱਲ ਜਾਓ। ਉਹਨੂੰ ਇਹ ਨਹੀਂ ਕਹਿ ਸਕਦੇ ਕਿ ਉਹਨੇ ਨੌਜਵਾਨ ਸ਼ਾਂਤ ਕੀਤੇ, ਉਹਨੇ ਰਾਹ ਦਿੱਤਾ ਕਿ ਰਿੰਗ ਰੋਡ ਤੇ ਚਲੇ ਜਾਓ। ਰਿੰਗ ਰੋਡ ਤੋਂ ਕਿਹੜੇ ਵੇਲੇ ਲਾਲ ਕਿਲੇ ਤੇ ਲੋਕ ਗਏ ਕੋਈ ਪਤਾ ਨਹੀਂ ਲੱਗਿਆ। ਲਾਲ ਕਿਲੇ ਦੇ ਉੱਤੇ ਨਿਸ਼ਾਨ ਸਾਹਿਬ ਝੁਲਾ ਕੇ ਜੇ ਤਾਂ ਅਸੀਂ ਕੋਈ ਜਿੱਤ ਦਰਜ ਕਰ ਲਈ ਆ, ਜੇ ਤਾਂ ਕੋਈ ਪ੍ਰਾਪਤੀ ਹੋਗੀ, ਗੱਲ ਵੱਖਰੀ। ਅਦਰਵਾਈਜ਼ ਸਾਡੇ ਨਿਸ਼ਾਨ ਸਾਹਿਬ ਦੀ ਗਰਿਮਾ ਇੰਨੀ ਉੱਚੀ ਆ
ਜੀ ਕਿ ਸਾਨੂੰ ਕਿਸੇ ਖਾਸ ਮਕਬਰੇ ਦੇ ਉੱਤੇ ਲਾ ਕੇ ਜਾਂ ਕਿਸੇ ਇਸ ਤਰ੍ਹਾਂ ਦੇ ਕਿਲੇ ਦੇ ਉੱਤੇ ਸਾਨੂੰ ਕੋਈ ਤਸੱਲੀ ਨਹੀਂ ਹੁੰਦੀ। ਜੀ ਅਸੀਂ ਬਾਬੇ ਬਘੇਲ ਸਿੰਘ ਨੂੰ ਉਹਨਾਂ ਸਮਿਆਂ ਤੋਂ ਹੁਣ ਤੱਕ ਆਉਂਦਿਆਂ ਕਿਸੇ ਹੋਰ ਜਿੱਤ ਵਿੱਚ ਚਿਤਵੀਏ, ਸਾਨੂੰ ਵਿਸਥਾਰ ਕਰਨੇ ਚਾਹੀਦੇ ਸੀ। ਚਲੋ ਆਪਾਂ ਉਸ ਮੁੱਦੇ ਨੂੰ ਛੱਡ ਦਿੰਦੇ ਹਾਂ। ਲੇਕਿਨ 25 ਔਰ 26 ਦੀਆਂ ਘਟਨਾਵਾਂ ਦੇ ਵਿੱਚ ਜੇ ਸੰਯੁਕਤ ਮੋਰਚਾ ਇਹਨਾਂ ਨੂੰ ਕਿਸੇ ਲਕਬ ਨਾਲ, ਜਿਹਨੂੰ ਇੱਕ ਸਮੇਂ ਗਦਾਰ ਵੀ ਕਿਹਾ ਗਿਆ, ਬਿਲਕੁਲ ਸਹੀ, ਜੇ ਉਦੋਂ ਸੰਬੋਧਿਤ ਹੁੰਦਾ ਹੈ, ਅੱਜ ਦੇ ਦਿਨ ਤੱਕ ਆਉਂਦਿਆਂ ਕਿਹੜੇ ਹਾਲਾਤ ਬਦਲੇ ਆ ਕਿ ਅੱਜ ਤੁਸੀਂ ਸਕਾਟ ਕਰਕੇ ਉਹਨਾਂ ਨੂੰ ਲੈ ਕੇ ਜਾ ਰਹੇ ਹੋ। ਇਹ ਸਾਡੇ ਲਈ ਲੱਖਾ ਸਦਾਨਾ ਵੀ ਉਹੋ ਜਿਹਾ, ਔਰ ਸਾਡੇ ਲਈ ਰਾਜੇਵਾਲ ਔਰ ਜਿੰਨੇ ਦਰਸ਼ਨਪਾਲ ਤੋਂ ਸਿਰਸਾ ਤੱਕ ਉਵੇਂ। ਲੇਕਿਨ ਸਰਦਾਰ ਸਾਹਿਬ, ਕੀ ਲੱਖਾ ਸਦਾਨਾ ਦੀ ਸੋਚ 'ਚ ਫਰਕ ਆਇਆ? ਮੋਰਚੇ ਦੀ ਜਿਹੜੀ ਰਹਿਨਮਾਈ ਉਹਦੇ 'ਚ ਫਰਕ ਆਇਆ? ਮੋਰਚੇ ਦੀ ਵਿਉਂਤਬੰਦੀ ਦੇ ਵਿੱਚ ਕੋਈ ਤਬਦੀਲੀ ਹੋਈ ਹੈ? ਇਹਨਾਂ ਦੀ ਸੋਚ ਵਿੱਚ ਫਰਕ ਆ ਗਿਆ, ਵਿਚਾਰਧਾਰਾ 'ਚ? ਜੀ ਬੜਾ ਵੱਡਾ ਸਵਾਲ ਹੈ ਕਿ ਸੋਸ਼ਲ ਮੀਡੀਆ ਦੇ ਕੁਝ ਚੈਨਲ ਲੱਖੇ ਨੂੰ ਗੱਡੀ 'ਚ ਜਾਂਦਿਆਂ ਰਾਹ 'ਚ ਇੰਟਰਵਿਊ ਕਰਦੇ ਆ। ਬਿਲਕੁਲ ਸਹੀ ਗੱਲ। ਉਹ ਸਪਸ਼ਟ ਹੁੰਦਾ ਹੈ, ਉਹ ਬਹੁਤ ਕਲੀਅਰ ਕਹਿੰਦਾ ਹੈ ਕਿ ਉਹ ਦੀਪ ਸਾਡਾ ਭਰਾ ਵਾ, ਉਹ ਫਲਾਣੇ ਵੀ ਸਾਡੇ ਨੇ, ਇਹ ਵੀ ਸਾਡੇ ਨੇ। 26 ਤੇ 25 ਦੀਆਂ ਘਟਨਾਵਾਂ ਨੂੰ ਉਹ ਜਸਟੀਫਾਈ ਵੀ ਤਰੀਕੇ ਨਾਲ ਕਰਦਾ ਹੈ। ਲੇਕਿਨ ਸਰਦਾਰ ਸਾਹਿਬ, ਜਿਹੜਾ ਜਲਾਉ ਕਿਸਾਨ ਅੰਦੋਲਨ ਦਾ 26 ਤੋਂ ਪਹਿਲਾਂ ਸੀ, ਜਿੱਤ ਹੁੰਦੀ ਨਾ ਹੁੰਦੀ, ਜਿੱਤ ਪੰਜਾਬ ਦੀ ਹੋ ਚੁੱਕੀ ਸੀ, ਉਹਨੂੰ ਖਿੰਡਰਾਉਣ ਦੇ ਵਿੱਚ ਤੇ ਅੱਜ ਦੀ ਸਥਿਤੀ ਪੈਦਾ ਕਰਨ 'ਚ, ਜਿਹਨੂੰ ਹੁਣ ਕਿਸਾਨ ਮੋਰਚੇ ਦੇ ਸ਼ਾਇਦ ਆਗੂ ਇਸ ਡਰ ਚੋਂ ਕਿ ਉੱਥੇ ਇਕੱਠ ਘਟ ਗਿਆ, ਉੱਥੇ ਨੌਜਵਾਨ ਘਟ ਗਏ, ਨੌਜਵਾਨ ਤੇ ਇਕੱਠ ਇਸ ਕਰਕੇ ਘਟਿਆ ਕਿ ਸਾਡੀ ਵਿਉਂਤਬੰਦੀ ਠੀਕ ਨਹੀਂ ਸੀ, ਅਸੀਂ ਦੁਬਦਾ 'ਚ ਪੈ ਗਏ। ਜੇ 26 ਵਾਪਰੀ ਗਈ ਸੀ, ਉਸ ਤੋਂ ਬਾਅਦ ਕਿਸਾਨ ਮੋਰਚੇ ਦੇ ਆਗੂਆਂ ਦੇ ਵਿੱਚ ਉਹ ਜਲਾਉ ਨਾ ਬਚਿਆ, ਉਹ ਕੌਨਫੀਡੈਂਸ ਨਾ ਰਿਹਾ, ਉਹਦੇ ਕਰਕੇ ਉੱਥੇ ਲੋਕ ਘਟੇ। ਲੇਕਿਨ ਕੀ ਅਸੀਂ ਇਸ ਤਰੀਕੇ ਨਾਲ ਕਿਸੇ ਉਸ ਸੋਚ ਨੂੰ ਜਿਹਨੂੰ ਨਕਾਰ ਚੁੱਕੇ ਨਾਲ ਜੋੜ ਕੇ ਕੀ ਇਸ ਤਰ੍ਹਾਂ ਇਕੱਠ ਕਰ ਸਕਦੇ ਆ? ਕੀ 2 ਦਿਨ ਤੋਂ ਉੱਥੇ ਇਕੱਠ ਵੱਧ ਗਿਆ? ਲੱਖਾ ਸਦਾਨਾ ਦੀ ਆਪਣੀ ਅਪਰੋਚ ਹੋ ਸਕਦੀ ਆ, ਉਹਨੂੰ ਆਪਣਾ ਮੰਚ ਖੜਾ ਕਰਨਾ ਚਾਹੀਦਾ, ਉਹਦੇ ਉੱਤੇ ਉਹਨੂੰ ਇਲੈਕਸ਼ਨ ਵੀ ਲੜਨੀ ਚਾਹੀਦੀ ਹੈ, ਉਹਨੂੰ ਹੱਕ ਹੈ। ਲੇਕਿਨ ਜਿਸ ਕਿਸਾਨੀ ਅੰਦੋਲਨ ਲਈ ਤੁਸੀਂ ਯੂਜ਼ ਰਹੇ ਹੋ, ਜਿਹਦੇ ਲਈ ਪੂਰੇ ਦਾ ਪੂਰਾ ਪੰਜਾਬ ਸ਼ਾਮਲ ਹੈ, ਉਹਦੇ ਵਿੱਚ ਜੇਕਰ ਤੁਸੀਂ ਇਸ ਤਰ੍ਹਾਂ ਦੇ ਇਸ਼ੂਜ਼ ਲੈ ਕੇ ਆਉਂਦੇ ਹੋ, ਤੁਸੀਂ 3 ਮੈਂਬਰੀ ਕਮੇਟੀ ਬਣਾਉਂਦੇ ਹੋ, ਉਹਨਾਂ ਨੂੰ ਸ਼ਾਮਲ ਕਰਨ ਦੀਆਂ ਗੱਲਾਂ ਕਰਦੇ ਹੋ, ਉਹਦੇ ਨਾਲ ਕਿਹੜੀ ਤਬਦੀਲੀ ਵਾਪਰੂਗੀ? ਇਹਨੂੰ ਤੁਸੀਂ ਉੱਥੇ ਕੋਈ ਅਨਾਉਂਸਮੈਂਟ ਕਰਦੇ ਤੁਹਾਡੀ ਬਣਦੀ ਆ ਜੀ, ਕਿਉਂਕਿ ਸਾਰੀਆਂ ਨਿਗਾਹਾਂ ਸਨ ਕਿ ਆ 5 ਸੂਬਿਆਂ ਦੀ ਇਲੈਕਸ਼ਨ ਸਿਰੇ ਚੜ ਜਾਵੇ ਜੀ, ਉਹਦੇ ਤੋਂ ਬਾਅਦ ਕੇਂਦਰ ਵੀ ਵਿਹਲਾ ਜੀ ਤੇ ਪੰਜਾਬ ਦੇ ਲੀਡਰ ਵੀ ਵਿਹਲੇ। ਸਾਡੇ ਕੋਲ ਅਜੇ ਤੱਕ ਤੇ ਇਹੋ ਹੀ ਬਹਾਨਾ ਸੀ ਕਿ 22 ਜਨਵਰੀ ਤੱਕ ਤੇ ਗੱਲ ਹੋਈ ਆ, 22 ਤੋਂ ਬਾਅਦ ਉਹ ਕਹਿੰਦੇ ਸਾਡੇ ਕੋਲ ਸਮਾਂ ਨਹੀਂ ਹੈ, ਤੇ ਇਹ ਕਹਿੰਦੇ ਸਾਡੇ ਕੋਲ ਸਮਾਂ ਨਹੀਂ ਹੈ ਜੀ। ਜਿੱਦਾਂ ਜਿਹੜੀਆਂ ਸੀ ਉਹ ਸਾਹਮਣੇ ਖੜੀਆਂ ਸੀ, ਇਹ ਕਹਿੰਦੇ ਤੁਸੀਂ ਉਧਰ ਚਲੋ, ਸੀ ਬੰਗਾਲ ਹਰਾ ਦੇਣਾ ਸੀ, ਮਹਾਰਾਸ਼ਟਰ ਹਰਾ ਦੇਣਾ ਸੀ, ਉਹ ਅਸਾਮ ਹਰਾ ਦੇਣਾ, ਉਹ ਕਹਿੰਦੇ ਅਸੀਂ ਲੜਾਂਗੇ। ਹੁਣ ਜਦੋਂ ਉਹ ਵੋਟਾਂ ਦੀ ਬੈਲਟ ਪੇਪਰ ਦੀ ਲੜਾਈ ਜਿਹੜੀ ਸੀ, ਉਹਦਾ ਇੱਕ ਭੁਗਤਾਨ ਹੋ ਚੁੱਕਾ, ਹੁਣ ਲੋਕ ਪੁੱਛਣਗੇ, ਕਿਉਂਕਿ ਹੋ ਸਕਦਾ ਰਾਜੇਵਾਲ ਨੂੰ, ਦੂਸਰੇ ਤੁਹਾਡੇ ਪੰਧੇਰ ਨੂੰ, ਜਾਂ ਕਿਸ ਰਕੇਸ਼ ਟਕੈਤ ਨੂੰ, ਜਾਂ ਕਿਸੇ ਚੜੂਨੀ ਨੂੰ, ਗੁਰਨਾਮ ਸਿੰਘ ਚੜੂਨੀ, ਉਹਨਾਂ ਨੂੰ ਮੈਂਬਰ ਪਾਰਲੀਮੈਂਟ ਜਾਂ MLA ਬਣਨ ਦੀ ਤਾਂਘ ਨਾ ਹੋਵੇ। ਅਸੀਂ ਯਕੀਨ ਨਾਲ ਨਹੀਂ ਕਹਿੰਦੇ, ਅਸੀਂ ਕਹਿੰਦੇ ਮੰਨ ਕੇ ਕਹਿੰਦੇ ਕਿ ਮੰਨ ਲਓ ਕਿ ਇਹਨਾਂ ਨੂੰ ਰਾਜ ਸਭਾ 'ਚ, ਵਿਧਾਨ ਸਭਾ 'ਚ, ਲੋਕ ਸਭਾ 'ਚ ਜਾਣ ਦਾ ਸ਼ੌਕ ਨਹੀਂ ਹੈ, ਲੋਕ ਸੇਵਾ ਹੀ ਇਹਨਾਂ ਦਾ ਧਰਮ ਹੈ, ਤੇ ਫਿਰ ਜਿਹੜੇ ਮਗਰ ਸਿਆਸੀ ਪਾਰਟੀਆਂ ਬੈਠੀਆਂ ਨੇ, ਚਾਹੇ ਉਹ ਕਾਂਗਰਸ ਹੈ, ਚਾਹੇ ਅਕਾਲੀ ਦਲ ਹੈ, ਚਾਹੇ ਭਾਜਪਾ ਤੇ ਚਾਹੇ ਆਮ ਆਦਮੀ ਪਾਰਟੀ, ਉਹਨਾਂ ਦੀ ਨਿਗਾਹ ਤੇ 2022 ਤੇ ਆ। ਉਹ ਤੇ ਚਾਹਣਗੇ ਵੀ ਇਹ ਜਿਹੜਾ ਮਰਿਆ ਸੱਪ ਸਾਡੇ ਗਲ 'ਚ ਪੈ ਗਿਆ, 3 ਕਾਲੇ ਕਾਨੂੰਨਾਂ ਦਾ, MSP ਦਾ, ਇਹ ਕਿਸੇ ਤਰੀਕੇ ਨਾਲ ਲੱਥ ਜਾਵੇ, ਭਾਵੇਂ ਕੋਈ ਲਾਵੇ। ਤੇ ਸਰਦਾਰ ਸਾਹਿਬ ਕੋਸ਼ਿਸ਼ ਕਰਨਗੇ ਕਿ ਦੂਜਾ ਲਾ ਦੇਵੇ, ਅਸੀਂ ਨਾ ਅੱਗੇ ਹੋਈਏ। ਤੁਸੀਂ ਥੋੜਾ ਜਿਹਾ ਸਾਈਡ ਤੇ ਚਲੇ ਗਏ। ਦੇਖੋ, ਸਵਾਲ ਬੜਾ ਕਲੀਅਰ ਸੀ ਕਿ ਕੀ ਜਿਹੜੇ ਪ੍ਰਮੁੱਖ ਲੀਡਰ ਸੀ ਮੋਰਚੇ ਦੇ, ਉਹ ਆਪਣੀ ਸੋਚ ਨੂੰ ਸਪਸ਼ਟ ਕਰ ਪਾਏ? ਹੁਣ ਸਪਸ਼ਟ ਕਰਨਾ ਬਣਦਾ ਹੈ। ਕੀ ਉਹਨਾਂ 'ਚ ਸਾਰਿਆਂ 'ਚ ਇਕਸੁਰਤਾ ਹੈ? ਕੀ ਬਲਦੇਵ ਸਿਰਸਾ, ਸੁਰਜੀਤ ਫੂਲ ਤੇ ਬਾਕੀ ਲੋਕ ਜਿਹੜੇ ਆ, ਜਿਹੜੇ ਨੌਜਵਾਨਾਂ ਦੀ ਤਰਜਮਾਨੀ ਸਿਰਫ ਲੱਖੇ ਔਰ ਦੂਜਿਆਂ 'ਚ ਵੇਖਦੇ ਆ, ਕੀ ਉਹ ਔਰ ਰਾਜੇਵਾਲ ਦੀ ਸੋਚ 'ਚ ਇਕਸੁਰਤਾ ਹੈ ਜਾਂ ਵਖਰੇਵਾਂ ਹੈ? ਬਿਲਕੁਲ। ਕੀ ਡਾਕਟਰ ਦਰਸ਼ਨਪਾਲ ਵੱਲੋਂ ਦਿੱਤੀਆਂ ਜਾ ਰਹੀਆਂ ਸਟੇਟਮੈਂਟਸ ਔਰ ਰਾਜੇਵਾਲ ਸਹਿਮਤ ਨੇ? ਕੀ ਰਕੇਸ਼ ਟਕੈਤ ਔਰ ਚੜੂਨੀ ਔਰ ਰਾਜੇਵਾਲ ਔਰ ਡਾਕਟਰ ਦਰਸ਼ਨਪਾਲ ਔਰ ਸਿਰਸਾ ਇਹ ਇੱਕੋ ਪਲੇਟਫਾਰਮ ਤੇ ਇੱਕੋ ਸੋਚ ਤੇ ਹੈਗੇ ਨੇ? ਕੀ ਇਹਨਾਂ ਦੀ ਸਟੇਟ ਆਫ ਮਾਈਂਡ ਇੱਕੋ ਜਿਹੀ ਹੈ? ਇਹ ਵੇਖਣ ਵਾਲੀ ਗੱਲ ਆ, ਇਹਨਾਂ ਨੂੰ ਸਪਸ਼ਟ ਕਰਨਾ ਹੋਊਗਾ। ਲੇਕਿਨ ਅੰਦਰ ਇੱਕ ਕਸ਼ਮਕਸ਼ ਹੈ, ਇਹਦੇ ਉੱਤੇ ਇੱਕ ਵੱਖਰਾ ਸੈਗਮੈਂਟ ਬਣਦਾ ਹੈ ਕਿ ਕੀ
ਅੱਜ ਲੱਖਾ ਸਿਧਾਣਾ ਦੀ ਸਾਰਥਿਕਤਾ ਉਨੀ ਹੈਗੀ ਆ ਜੀ ਕਿ ਉਹ ਸੀਰੀਅਸ ਚਿਹਰਾ ਹੈਗਾ ਕਿ ਜਿਹਨੂੰ ਜਿੱਤੇ ਰਿਲਾਈ ਕੀਤਾ ਜਾ ਸਕੇ। ਬਿਲਕੁਲ ਕੀ ਲੱਖਾ ਹੀ ਇਕੱਲਾ ਨੌਜਵਾਨਾਂ ਦੀ ਤਰਜਮਾਨੀ ਕਰਦਾ ਹੈ? ਜੀ ਲੱਖੇ ਦੇ ਨਾਲ ਨੌਜਵਾਨ ਨੇ, ਇਹਦੇ ਚ ਕੋਈ ਦੋ ਰਾਏ ਨਹੀਂ। ਜੀ ਉਹਦਾ ਇੱਕ ਆਪਣਾ ਸਪੋਰਟ ਬੈਂਕ ਆ, ਜੀ ਲੇਕਿਨ ਕੀ ਉਹ ਸਾਰੇ ਨੌਜਵਾਨ ਵਰਗ ਦੀ ਤਰਜਮਾਨੀ ਕਰੇ? ਇਸ ਤਰ੍ਹਾਂ ਦੀ ਕੋਈ ਸਾਨੂੰ ਤਸਵੀਰ ਦਿਖਾਉਣੀ ਚਾਹੀਦੀ ਹੈ। ਜੀ ਇਸ ਕਰਕੇ ਮੈਨੂੰ ਲੱਗਦਾ ਕਿ ਇਸ ਵੇਲੇ ਉਹ ਦੁਬਦਾ ਲੋਕਾਂ ਦਾ ਘਟਣਾ ਕਿਤੇ ਨਾ ਕਿਤੇ ਹੈ, ਔਰ ਇਹ ਲੋਕ ਸਪਸ਼ਟ ਕਰਨਾ ਮੰਗਣਗੇ। ਲੇਕਿਨ ਇੱਕ ਹੋਰ ਸਵਾਲ ਹੈ, ਮਾਲਵੇ ਦੀ ਰਾਜਨੀਤੀ ਦੀਆਂ ਗੱਲਾਂ ਹੁੰਦੀਆਂ ਜੀ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਆਪਣੇ ਘਰੇ ਹੀ ਉਹ ਕਹਿੰਦੇ ਨਾ ਵੀ ਆਪੇ ਹੀ ਲੜਾਈ ਪਾ ਕੇ ਬਹਿ ਗਏ। ਜੀ ਅਵਤਾਰ ਸਿੰਘ ਜੀਰਾ ਜਿਹੜੇ ਜੀ, ਕਿ ਜੀ, ਸਰਦਾਰ ਜੀ, ਹਰੀ ਜੀ। ਸਿੰਘ ਜੀਰਾ ਦੇ ਸੁਪੁੱਤਰ ਨੇ, ਜੀ ਹਰੀ ਸਿੰਘ ਜੀਰਾ ਪਿੱਛੇ ਹੀ ਫੌਤ ਹੋਏ ਨੇ, ਬਿਲਕੁਲ ਬਿਲਕੁਲ ਔਰ ਉਹਨਾਂ ਵੱਲੋਂ ਜਿਹੜੇ ਅਕਾਲੀ ਦਲ ਤੇ ਹਮਲੇ ਬੋਲੇ ਜਾ ਰਹੇ ਆ, ਜੀ ਜਿੰਨੀ ਉਹਨਾਂ ਨੇ ਲਾਪਾ ਕੀਤੀ ਆ, ਜੀ ਜਿੱਦਾਂ ਉਹਨਾਂ ਨੇ ਅਕਾਲੀ ਦਲ ਦੇ ਅੰਦਰਲੀਆਂ ਗੱਲਾਂ ਨੂੰ ਪਰਦੇ ਤੇ ਰੱਖਿਆ, ਬਿਲਕੁਲ ਜਨਮੇਜਾ ਸਿੰਘ ਸੇਖੋਂ ਨੂੰ ਹਲਕਾ ਇੰਚਾਰਜ ਐਲਾਨਣ ਤੋਂ ਬਾਅਦ ਜੀ ਕੀ ਸਰਦਾਰ ਸੁਖਬੀਰ ਸਿੰਘ ਬਾਦਲ ਹਲਕਿਆਂ ਦੇ ਵਿੱਚ ਇੱਕ ਤੋਂ ਵੱਧ ਲੋਕਾਂ ਨੂੰ ਆਪਣੇ ਜਿਹੜੇ ਵਿਰੋਧ ਵਿੱਚ ਖੜੇ ਕਰਕੇ ਜੀ ਕਿਹੜੀ ਜਿੱਤ ਦੇ ਸੁਪਨੇ ਵੇਖ ਰਹੇ? ਹਰ ਵਾਰ ਫੈਸਲਾ ਤੁਹਾਡਾ ਨਹੀਂ ਹੁੰਦਾ, ਕੁਦਰਤ ਵੀ ਕਰਦੀ ਕੁਝ ਫੈਸਲੇ ਕੁਦਰਤੀ ਕਰਦੀ ਹੈ, ਕੁਝ ਫੈਸਲੇ ਕੁਦਰਤ ਕਰਦੀ ਹੈ। ਅਸੀਂ ਸੁਣਦੇ ਰਹੇ ਹਾਂ ਕਿ ਲੋਕਾਂ ਦੇ ਨਾਲ ਲੀਡਰ ਖੜਦੇ ਨੇ, ਲੇਕਿਨ ਕਈ ਵਾਰੀ ਜਿਹੜਾ ਸਾਡਾ ਸਾਹਿਤ ਆ ਉਹ ਸਾਨੂੰ ਜਵਾਬ ਦਿੰਦਾ। ਵਾਰਿਸ ਸ਼ਾਹ ਦੀ ਹੀਰ 'ਚ ਇੱਕ ਲਾਈਨ ਆਉਂਦੀ ਆ ਕਿ ਇੱਕ ਜੱਟ ਦੇ ਖੇਤ ਨੂੰ ਅੱਗ ਲੱਗੀ, ਜਾ ਕੇ ਵੇਖੀ ਕੌਣ ਬੁਝਾਉਂਦਾ। ਹਾਂ ਬਿਲਕੁਲ ਠੀਕ ਹੈ। ਇਸ ਵੇਲੇ ਕਿਸਾਨ ਬਾਰਡਰ ਤੇ ਮੱਚਦੇ ਪਏ ਨੇ, ਉਹਦੇ ਖੇਤਾਂ ਨੂੰ ਸੈਂਕੜੇ ਏਕੜ ਜ਼ਮੀਨ ਜਿਹੜੀ ਆ ਸੰਗਰੂਰ ਜ਼ਿਲ੍ਹੇ 'ਚ ਵੈਸੇ ਹੀ ਸਪਾਰਕਿੰਗ ਦੇ ਨਾਲ ਅੱਗ ਚੜ ਗਈ ਆ। ਦੂਸਰੇ ਪਾਸੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਸੰਬੰਧ ਜਿਹੜੀ ਜਾਂਚ ਹੋਈ ਸੀ ਉਹ ਅਦਾਲਤ ਨੇ ਰੱਦ ਕਰ ਦਿੱਤੀ ਆ। ਜਿਹੜਾ ਮਾਲਵਾ 2015 ਚ ਇਸੇ ਬੇਅਦਬੀ ਨੂੰ ਲੈ ਕੇ ਸੜਕਾਂ ਤੇ ਉਤਰਿਆ ਸੀ, ਪੰਜਾਬ ਬੰਦ ਹੋ ਗਿਆ ਸੀ। ਔਰ ਐਸੇ ਮੌਕੇ ਅਗਰ ਸਾਡੀ ਲੀਡਰਸ਼ਿਪ ਨੂੰ ਲੱਗਦਾ ਕਿ ਅਸੀਂ ਆਪਣਾ ਘਰ ਸਾਂਭ ਲਈਏ, ਤੇ ਜਦੋਂ ਰੰਧਾਵਾ ਜੀ ਕਾਲੀ ਕਾਲੀ ਨਾਲ ਘਰ ਸੰਭੋ ਰਾਂ ਤੇ ਫਿਰ ਬਾਜੇ ਵੇਲੇ ਜਿਹੜੇ ਬੈੱਡਰੂਮ ਦੇ ਸਮਾਨ ਹੁੰਦਾ ਨਾ ਉਹ ਰਸੋਈ 'ਚ ਹੀ ਪੁੱਜ ਜਾਂਦਾ। ਸਰਦਾਰ ਜੀ ਲੋਕ ਕਹਿੰਦੇ ਹੁੰਦੇ ਆ ਕਿ ਉਹ ਚੱਕੀ ਬੜੀ ਬਰੀਕ ਹੈ। ਬਿਲਕੁਲ ਕੁਦਰਤ, ਸਹੀ ਗੱਲ। ਹੁਣ ਲੋਕ ਬੜਾ ਸਿੰਪਲ ਜਿਹਾ ਸਵਾਲ ਪੁੱਛਦੇ ਆ ਜੀ ਕਿ ਬੇਅਦਬੀ ਦੀਆਂ ਘਟਨਾਵਾਂ ਵਾਪਰਦੀਆਂ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸੀਗੇ ਜੀ ਤੇ ਸਰਦਾਰ ਸੁਖਬੀਰ ਸਿੰਘ ਵੱਡੇ ਅਹੁਦੇ ਤੇ, ਬਿਲਕੁਲ ਇਹਨਾਂ ਨੇ ਸਮਾਂ ਰਹਿੰਦਿਆਂ ਉਹ ਬੰਦੇ ਫੜਨ 'ਚ ਦੇਰੀ ਕਰ, ਜੀ ਸਹੀ ਗੱਲ। ਤੇ ਫਿਰ ਬਹਿਬਲ ਕਲਾਂ ਬਰਗਾੜੀ ਵਾਪਰ ਜਾਂਦਾ, ਕੋਟਕਪੂਰੇ ਦੀਆਂ ਘਟਨਾਵਾਂ ਹੁੰਦੀਆਂ ਨੇ ਜੀ ਤੇ ਗੋਲੀ ਚੱਲ ਜਾਂਦੀ। ਜੀ ਅਜੇ ਤੱਕ ਪੁਲਿਸ ਅਣਪਛਾਤੀ ਰਹੀ ਤੇ ਅਜੇ ਤੱਕ ਇਹ ਵੀ ਨਹੀਂ ਪਤਾ ਲੱਗਿਆ ਕਿ ਉਹ ਗੋਲੀ ਕਿਹਦੇ ਹੁਕਮਾਂ ਤੇ ਚੱਲੀ। ਸਹੀ ਗੱਲ। ਉਸ ਤੋਂ ਬਾਅਦ 17 ਆਉਂਦਾ ਤੇ ਬਿਲਕੁਲ ਇਹਨਾਂ ਨੂੰ ਹੂੰਜਤਾ ਜਾਂਦਾ। ਲੋਕ ਇੱਕ ਤਰ੍ਹਾਂ ਨਾਲ ਲੋਕ ਇਨਸਾਫ ਕਰਦੇ ਨੇ ਆਪਣੇ ਨਾਲ, ਲੋਕ ਵਿਰੋਧ ਦੇ ਵਿੱਚ ਵੋਟ ਪਾਉਂਦੇ, ਲੋਕ ਆਪਣੇ ਨਾਲ ਇਨਸਾਫ ਕਰਦੇ ਨੇ। ਲੋਕਾਂ ਇਨਸਾਫ ਲੈ ਲਿਆ, ਇਨਸਾਫ ਨਹੀਂ ਦਿੱਤਾ ਤੇ ਅਸੀਂ ਤੁਹਾਨੂੰ ਇਨਸਾਫ ਨਹੀਂ ਦੇ ਸਕਦੇ। ਲੋਕਾਂ ਸੱਤਾ ਤੋਂ ਲਾ ਕੇ ਹੂੰਜ ਕੇ ਪਾਸੇ ਕਰ। ਬਿਲਕੁਲ। ਹੁਣ ਜੋ ਘਟਨਾਵਾਂ ਜੀ ਪੂਰੇ ਮਾਨਸੇ ਨੂੰ ਦੇਖੀਏ, ਹੁਣ ਫਿਰੋਜ਼ਪੁਰ ਆ ਗਿਆ ਜੀ, ਇਸ ਤੋਂ ਪਹਿਲਾਂ ਮਾਝੇ ਦੇ ਵਿੱਚ ਸੰਗਰੂਰ ਦੇਖ ਲਓ, ਸੰਗਰੂਰ, ਚੀਜ਼ਾਂ ਇੰਜ ਵਾਪਰੀਆਂ ਜਿਵੇਂ ਤੁਹਾਡੇ ਡੇਰਾ ਬਾਬਾ ਨਾਨਕ ਦੇਖ ਲਓ। ਹਾਂ ਜਿੰਨੀ ਕੁ ਖਾਨਦਾਨਗੀ ਸ਼ੁਰੂ ਹੋਈ ਆ ਜੀ, ਤੇ ਕਹਿੰਦੇ ਕਿ ਆਪਣੇ ਘਰ ਜੀ ਲੜਦੇ ਹੋਣ ਤੇ ਉਹਦਾ ਫਾਇਦਾ ਗਵਾਂਢੀ ਨੂੰ ਹੀ ਹੁੰਦਾ। ਫਿਰ ਮੈਂ ਕਿਹਾ ਸਰਦਾਰ ਸਾਹਿਬ ਕੁੱਲ ਮਿਲਾ ਕੇ ਜੇ ਤੁਸੀਂ ਇਹ ਸਾਰੇ ਦ੍ਰਿਸ਼ ਨੂੰ ਵੇਖਦੇ ਹੋ ਜੀ ਤੇ ਕੋਈ ਅਲੌਕਿਕ ਜੇ ਵਰਤਾਰੇ ਨਜ਼ਰ ਆਉਂਦੇ ਆ। ਬਿਲਕੁਲ ਸਹੀ ਗੱਲ ਹੈ। ਤੇ ਜਿਹੜਾ ਹੁਣ ਲੇਟੈਸਟ ਇਹ ਵਰਤਾਰਾ ਵਾਪਰਿਆ ਕਿ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਉਹ ਜੀਰਾ ਪਰਿਵਾਰ ਜਿਹੜਾ ਟਕਸਾਲੀ ਮੰਨਿਆ ਜਾਂਦਾ ਸੀ, ਜਿਹੜਾ ਕਹਿੰਦੇ ਸੀ ਅਸੀਂ ਦਹਾਕਿਆਂ ਤੋਂ ਅਕਾਲੀ ਪੋਲਿਟਿਕਸ ਵਿੱਚ ਧੁਰਾ ਬਣ ਕੇ ਖਲੋਤੇ ਆ, ਉਹਨਾਂ ਵੱਲੋਂ ਇੰਨੇ ਨੰਗੇ ਚਿੱਟੇ ਰੂਪ ਚ ਸੁਖਬੀਰ ਸਿੰਘ ਬਾਦਲ ਨੂੰ ਸ਼ੀਸ਼ਾ ਵਿਖਾਉਣਾ, ਇਹ ਮੈਨੂੰ ਲੱਗਦਾ ਕਿ ਕੁਝ ਕੁਦਰਤੀ ਚੀਜ਼ਾਂ ਨੇ। ਸਹੀ ਗੱਲ। ਜੇ ਥੋੜਾ ਜਿਹਾ ਅੱਗੇ ਚੱਲੀਏ ਤੇ ਨੀਂਦ ਕੈਪਟਨ ਅਮਰਿੰਦਰ ਸਿੰਘ ਦੀ ਵੀ ਉੱਡ ਗਈ। ਬਿਲਕੁਲ ਸਹੀ ਗੱਲ। ਜਦੋਂ ਸਿੱਟ ਦੇ ਖਾਰਜ ਹੋਣ ਦਾ ਮਸਲਾ ਆਉਂਦਾ, ਜਦੋਂ ਇਹ ਜਿਹੜੀ ਜਾਂਚ ਸੀ ਕੁਐਸ਼ ਕਰਨ ਦਾ ਮਸਲਾ, ਜੀ ਉਸ ਤੋਂ ਬਾਅਦ ਸਰਦਾਰ ਸਾਹਿਬ ਬਹੁਤ ਵੱਡਾ ਸਵਾਲ ਖੜਾ ਹੋ ਗਿਆ, ਬਹੁਤ ਵੱਡਾ, ਕਿ 2017 ਚ ਜਿਸ ਤਰੀਕੇ ਨਾਲ ਅਕਾਲੀ ਦਲ ਫੇਸ ਕਰ ਰਿਹਾ ਸੀ ਇਸ ਮਸਲੇ ਨੂੰ, ਕੀ ਕੈਪਟਨ ਅਮਰਿੰਦਰ ਸਿੰਘ ਨੂੰ ਉਵੇਂ ਹੀ ਫੇਸ ਕਰਨਾ ਪਊਗਾ? ਕੀ ਲੋਕ ਕਹਿਣਗੇ ਕਿ ਤੁਸੀਂ 4 ਸਾਲ ਲੋਕਾਂ ਦੀਆਂ ਅੱਖਾਂ ਜਿਹੜੀਆਂ ਨੇ ਉਹ ਐਵੇਂ ਭੰਜਾਈਆਂ? ਇਹ ਜਸਟ ਦਿਖਾਵਾ ਸੀ, ਆਈ ਵਾਸ਼ ਸੀਗਾ। ਲੋਕ ਪੁੱਛਣਗੇ, ਲੋਕਾਂ ਕੋਲ ਬਹੁਤ ਸਵਾਲ ਨੇ, ਕਿਸੇ ਕੋਲ ਆਨਸਰ ਨਹੀਂ ਕਿ ਅਦਾਲਤਾਂ ਦੇ ਵਿੱਚ ਤੁਸੀਂ ਠੀਕ ਤਰੀਕੇ ਨਾਲ ਐਡਵੋਕੇਸੀ ਨਹੀਂ ਕੀਤੀ,
ਲੇਕਿਨ ਜਿਹੜੀ ਮੇਰੇ ਕੋਲ ਪੁਖਤਾ ਰਿਪੋਰਟ ਹੈ ਔਰ ਖਬਰ ਬੜੀ ਤਸਦੀਕ ਕੀਤੀ ਹੋਈ ਹੈ ਕਿ ਕੈਪਟਨ ਅਮਰਿੰਦਰ ਸਿੰਘ ਸੱਚੀਓ ਨਹੀਂ ਸੁੱਤੇ। ਉਹਨਾਂ ਨੂੰ ਇਹ ਅੰਦਾਜ਼ਾ ਹੋਇਆ ਕਿ ਜੋ ਵਾਪਰ ਰਿਹਾ ਇਹ ਬਹੁਤ ਖਤਰਨਾਕ ਵਾਪਰ ਰਿਹਾ। 2022 ਚ ਜਾਣ ਤੋਂ ਪਹਿਲਾਂ ਇਸ ਚਿਹਰੇ ਨਾਲ ਨਹੀਂ ਜਾਇਆ ਜਾਣਾ। ਔਰ ਸੁਣਿਆ ਕਿ ਉਹਨਾਂ ਨੇ ਸੰਬੰਧਿਤ ਜਿੰਨੇ ਵੀ ਅਧਿਕਾਰੀ ਆ, ਜੇ ਨਵੀਂ ਸਿੱਟ ਬਣਾਉਣੀ ਪਈ ਤੇ ਉਹਦੇ ਲਈ ਤੁਰੰਤ ਪ੍ਰਭਾਵ ਨਾਲ ਉਹਨੂੰ ਸਿੱਟ ਨੂੰ ਬਣਾਉਣ ਲਈ ਰੱਸੇ ਪੈੜੇ ਵੱਟਣੇ ਸ਼ੁਰੂ ਕਰਤੇ ਆ। ਨਾਲ ਹੀ ਇਹਨੂੰ ਲਗਭਗ 1.5 ਮਹੀਨੇ ਦੇ ਅੰਦਰ ਅੰਦਰ ਕੋਰਟ ਦੇ ਵਿੱਚ ਇਹ ਜਿਹੜੀ ਨਵੀਂ SIT ਦੀ ਰਿਪੋਰਟ ਆ ਉਹਨੂੰ ਪੇਸ਼ ਕਰਨ ਦਾ ਫੈਸਲਾ ਵੀ ਕੀਤਾ। ਸੁਣਿਆ ਮੈਂ ਇਹਨੂੰ ਤਸਦੀਕ ਪੂਰੀ ਤਰ੍ਹਾਂ ਨਹੀਂ ਕਰਦਾ। ਇਹ ਵੀ ਸੁਣਿਆ ਕਿ ਸ਼ਾਇਦ ਹਾਈ ਕੋਰਟ ਦੀ ਡਬਲ ਬੈਂਚ ਕੋਲੋਂ ਇਹ ਅਪੀਲ ਪਾਈ ਜਾਵੇ ਇਸ ਫੈਸਲੇ ਦੇ ਖਿਲਾਫ, ਜਿਹੜਾ ਫੈਸਲੇ ਦੀ ਜੱਜਮੈਂਟ ਅਜੇ ਆਉਣੀ ਸੀ, ਸ਼ਾਇਦ ਹੁਣ ਤੱਕ ਆ ਗਈ ਹੋਵੇ। ਸੁਪਰੀਮ ਕੋਰਟ ਦੇ ਵਿੱਚ ਵੀ ਸਮਰੱਥ ਵਕੀਲਾਂ ਨਾਲ ਕੇਸ ਲੜਨ ਦੀ ਕੋਸ਼ਿਸ਼ ਹੋਊਗੀ। ਲੇਕਿਨ ਮੈਨੂੰ ਲੱਗਦਾ ਕਿ ਇਹਦੇ 'ਚ ਵੀ ਕਈ ਵਾਰੀ ਜਿਹੜੀਆਂ ਧਿਰਾਂ ਇਹਦੇ 'ਚੋਂ ਬਚਣ ਦੀ ਕੋਸ਼ਿਸ਼ ਕਰ ਰਹੀਆਂ ਹੁੰਦੀਆਂ ਉਹ ਇਹ ਭੁੱਲ ਜਾਂਦੀਆਂ ਕਿ ਤੁਸੀਂ ਰੂਟੀਨ 'ਚ ਚੱਲਦੇ ਕੇਸ ਨੂੰ ਜੇਕਰ ਅੱਗਿਓਂ ਵੜੋਗੇ, ਜੇਕਰ ਤੁਸੀਂ ਹੋਰ ਤਰੀਕੇ ਵਰਤੋਗੇ ਤਾਂ ਕਈ ਵਾਰੀ ਉਹ ਸਪੀਡ ਅਪ ਵੀ ਹੋ ਜਾਂਦਾ। ਕਈ ਵਾਰੀ ਲੋਕਾਂ ਦਾ ਵਿਰੋਧ ਇੰਨਾ ਹੋ ਜਾਂਦਾ ਕਿ ਜੇ ਇਸ ਮਾਮਲੇ ਦੇ ਵਿੱਚ ਇੰਨੀ ਤੇਜ਼ੀ, ਜੇ ਮੰਨ ਲਓ ਮਾਨਯੋਗ ਸੁਪਰੀਮ ਕੋਰਟ ਇਹਨੂੰ ਸਟੇ ਕਰ ਦਿੰਦੀ, ਮੰਨ ਲਓ ਜਿਹੜੇ ਵਿਕਲਪ ਪੈਦਾ ਨੇ, ਜਾਂ ਡਬਲ ਬੈਂਚ ਇਹਨੂੰ ਸਟੇ ਕਰ ਦਿੰਦਾ, ਉਸ ਤੋਂ ਬਾਅਦ ਕੀ ਇਹਦੇ 'ਚ ਤੇਜ਼ੀ ਆਊਗੀ? ਜੇ ਨਵੀਂ SIT ਬਣ ਕੇ ਉਹ ਵਿਦਿਨ ਮੰਥ ਪੁਰਾਣੀ ਰਿਪੋਰਟ ਦੇ ਨਾਲ ਹੀ ਅੱਗੇ ਤੁਰਦਿਆਂ ਜਾਂ ਉਹਦੇ 'ਚ ਥੋੜੀ ਬਹੁਤੀ ਤਬਦੀਲੀ ਕਰਕੇ ਅੱਗੇ ਵੱਧ ਜਾਂਦੀ ਹੈ, ਫਿਰ ਕੀ ਜਾਂ ਕੋਈ ਟੈਕਨੀਕਲ ਗਲਤੀਆਂ ਜਿਹੜੀਆਂ ਹੋਣਗੀਆਂ ਉਹਨਾਂ ਨੂੰ ਦਰੁਸਤ ਕਰਕੇ ਅੱਗੇ ਵੱਧ ਜਾਂਦੀ ਹੈ, ਕੀ ਲੋਕਾਂ ਦੇ ਸਾਹਮਣੇ ਕੈਪਟਨ ਅਮਰਿੰਦਰ ਸਿੰਘ ਇਸ ਵੇਲੇ ਸਪੋਜ਼ ਕਰ ਸਕਦੇ ਆ? ਅਮਰਿੰਦਰ ਸਿੰਘ ਇਸ ਤਰ੍ਹਾਂ ਦਾ ਜੁਰਤ ਕਰ ਸਕਦੇ ਆ ਕਿ ਉਹ ਆਪਣੇ ਇਸ ਚਿਹਰੇ ਨਾਲ ਕਿ ਇਨਸਾਫ ਨਹੀਂ ਲੈ ਕੇ ਦੇ ਸਕੇ, ਕੀ ਉਹ ਵੋਟ ਮੰਗ ਸਕਦੇ ਆ? ਮੈਨੂੰ ਲੱਗਦਾ ਕਿ ਸ਼ਾਇਦ ਇਸ ਵੇਲੇ ਸਭ ਤੋਂ ਕੁੜਿੱਕੀ ਦੇ ਵਿੱਚ ਪੰਜਾਬ ਸਰਕਾਰ ਫਸੀ ਆ ਕਿ ਉਹ ਲੋਕਾਂ ਨੂੰ ਇਹ ਕਿਵੇਂ ਯਕੀਨ ਦਿਵਾਵੇ ਕਿ ਅਸੀਂ ਇਮਾਨਦਾਰ ਆ, ਅਸੀਂ ਕਿਸੇ ਨਾਲ ਨਹੀਂ ਸ਼ਾਮਲ ਹੋਏ, ਜਿਵੇਂ ਲੋਕ ਕਹਿਣ ਲੱਗੇ ਤਾਂ ਰਲੇ ਹੋਏ ਸਾਰੇ ਪੋਲੀਟੀਸ਼ੀਅਨ। ਲੇਕਿਨ ਇਸ ਮਾਮਲੇ 'ਚ ਉਹਨਾਂ ਨੂੰ ਆਪਣਾ ਚਿਹਰਾ ਸਾਫ਼ ਦਿਖਾਉਣ ਲਈ ਬਹੁਤ ਮਸ਼ੱਕਤ ਕਰਨੀ ਪਊਗੀ। ਇਹ ਮਸ਼ੱਕਤ ਲਈ ਕਹਿੰਦੇ ਰੱਸੇ ਪੈੜੇ ਵੱਟੇ ਜਾ ਰਹੇ। ਦੇਖੋ ਕਾਰਨ ਇਹ ਰੱਸੇ ਪੈੜੇ ਤੇ ਸਰਕਾਰਾਂ ਵੱਟਦੀਆਂ ਰਹਿੰਦੀਆਂ। ਤੁਹਾਨੂੰ ਯਾਦ ਆ ਜਦੋਂ ਇਹੋ ਹੀ ਕੇਸ CBI ਨੇ ਕਲੋਜ਼ਰ ਰਿਪੋਰਟ ਫਾਈਲ ਕਰਤੀ ਸੀ ਜੀ, ਉਸ ਵੇਲੇ ਕੀ ਤੱਥ ਸਾਹਮਣੇ ਆਏ ਸਨ? ਕੀ ਉਸ ਵੇਲੇ ਕਿਸੇ ਦੋਸ਼ੀ ਨੂੰ ਕੋਈ ਸਜ਼ਾ ਸੁਣਾਈ ਗਈ? ਨਾ ਉਹਨਾਂ ਕਹੇ ਸਾਡੇ ਕੋਲ ਤਾਂ ਸਬੂਤ ਹੀ ਹੈ ਨਹੀਂ। ਜਿਹੜੇ ਲੋਕਾਂ ਨੇ ਉਸ ਵੇਲੇ ਇਹ ਕਹਿਤਾ ਸੀ, CBI ਨੂੰ ਚਿੱਠੀ ਲਿਖ ਦਿੱਤੀ, ਕੁਝ ਅਫਸਰ ਸੀ ਕਿ ਨਾ ਕੁਝ ਅਫਸਰ ਸੀ, CBI ਨੂੰ ਚਿੱਠੀ ਲਿਖ ਦਿੱਤੀ, ਉਹਦੇ ਕਰਕੇ ਪੰਜਾਬ ਸਰਕਾਰ ਜਿਹੜੀ 1 ਸਾਲ ਰੜਕਦੀ ਰਹੀ ਕਿ CBI ਦੀਆਂ ਫਾਈਲਾਂ ਵਾਪਸ ਲੈਣ। ਮਤਲਬ ਤੁਹਾਡਾ ਮਤਲਬ ਕਿ ਉਹ ਜੇ ਕਿਸੇ ਅਧਿਕਾਰੀ ਨੂੰ ਸ਼ੋਕਾਜ ਨੋਟਿਸ ਜਾਰੀ ਕੀਤਾ? ਬਿਲਕੁਲ। ਦੂਸਰੀ ਗੱਲ, ਬਾਰ-ਬਾਰ ਇਹ ਗੱਲ ਸਾਹਮਣੇ ਆ ਰਹੀ ਸੀ ਕਿ ਜਿਹੜਾ ਐਡਵੋਕੇਟ ਜਨਰਲ ਦਾ ਆਫਿਸ ਹੈ, ਕਿੰਨੀ ਕੁ ਵਾਰੀ ਉਹਦੀ ਸਿੰਸੀਅਰਟੀ ਨੂੰ, ਕੰਮ ਪ੍ਰਤੀ ਸੁਹਿਰਦਤਾ ਨੂੰ ਵਾਚਿਆ ਗਿਆ। ਕਿੱਥੇ ਕਿੰਨੇ ਮਾਮਲਿਆਂ 'ਚ ਫੇਲ ਹੋਏ ਨੇ। ਬਿਲਕੁਲ। ਜਦੋਂ ਸਭ ਤੋਂ ਪਹਿਲਾਂ ਇਹ ਖਬਰ ਸਾਡੇ ਕੋਲ ਬਾਹਰੋਂ ਆਉਂਦੀ ਹੈ ਤੇ ਖਬਰ ਬਾਹਰੋਂ ਆਉਂਦੀ ਹੈ, ਉਹਦੇ ਉੱਤੇ ਤੁਰੰਤ ਕੋਈ ਸਰਕਾਰੀ ਟਿੱਪਣੀ ਨਹੀਂ ਆਉਂਦੀ, ਕੋਈ ਉਹਦੇ ਤੇ ਸਰਕਾਰੀ ਪੱਖ ਨਹੀਂ ਹੈ। ਨਹੀਂ ਤੇ ਆਮ ਤੌਰ ਤੇ ਹੁੰਦਾ ਕਿ ਇਹੋ ਜਿਹਾ ਫੈਸਲਾ ਆਵੇ ਤੇ ਘੱਟੋ ਘੱਟ ਜਿਹੜੀ ਸਰਕਾਰ ਆ ਉਹ ਆਪਣਾ ਪੱਖ ਉਸੇ ਸਪਸ਼ਟ ਕਰਦੀ ਹੈ। ਹੁਣ ਅੱਜ ਵੀ ਕੈਪਟਨ ਸਾਹਿਬ ਦਾ ਜਿਹੜਾ ਬਿਆਨ ਆ ਕਿ ਅਸੀਂ ਦੇਖਾਂਗੇ, ਅਸੀਂ ਆਹ ਕਰਾਂਗੇ, ਅਸੀਂ ਉਹ ਕਰਾਂਗੇ। ਕੈਪਟਨ ਸਾਹਿਬ ਦੇ ਬਿਆਨ ਨੇ ਕੱਲ ਕਾਫੀ ਹੱਦ ਤੱਕ ਜਿਹੜਾ ਪੰਜਾਬ ਸਰਕਾਰ ਦਾ ਚਿਹਰਾ ਹੈ ਉਹਨੂੰ ਦਿਖਾਇਆ। ਲੇਕਿਨ ਲੋਕ ਕਹਿੰਦੇ ਆ ਕਿ ਇਸ ਬਿਆਨ ਨਾਲ ਕੀ ਕਰਾਂਗੇ? ਕੀ ਤੁਸੀਂ ਉੱਥੇ ਢੁਕਵੇਂ ਬੰਦੇ ਖੜੇ ਕੀਤੇ? ਬਿਲਕੁਲ। ਕੀ ਸਮਰੱਥ ਵਕੀਲ ਖੜੇ ਹੋਏ? ਲੋਕ ਇਹ ਵੀ ਕਹਿੰਦੇ ਨੇ ਕਿ ਹੁਣ ਜੇ ਸੁਪਰੀਮ ਕੋਰਟ ਕੇਸ ਲੜਨਾ ਜੇ ਤੇ ਸਮਰੱਥ ਵਕੀਲ ਲੱਭਣ ਲਈ ਆ ਮੌਜੂਦਾ ਲੋਕਾਂ ਦੇ ਮਤਲਬ ਸਰਾਣੇ ਨਾ ਰਹਿ ਜਾਓ। ਠੀਕ ਹੈ, ਜਿਹੜੇ ਪਰਫਾਰਮੈਂਸ ਦੇਣ 'ਚ ਅਸਫਲ ਹੋਏ ਇਹਨਾਂ ਦੇ ਕਹਿੰਦੇ ਸਿਰ ਤੇ ਨਾ ਰਹਿ ਜਿਓ, ਆਪਣਾ ਕੋਈ ਵੱਖਰਾ ਢੰਗ ਲੱਭ ਲਓ। ਹੁਣ ਇਹ ਗੁਰੂ ਮਹਾਰਾਜ ਦੀ ਬੇਅਦਬੀ ਦੇ ਕੇਸ ਤੇ ਉਸ ਤੋਂ ਬਾਅਦ ਵਾਪਰੀਆਂ ਘਟਨਾਵਾਂ 'ਚ ਹੋਏ ਕਤਲਾਂ ਦੇ ਕੇਸ ਤੇ ਲੋਕ ਭਾਵਨਾਵਾਂ ਦੇ ਖਲਵਾੜ ਦੇ ਕੇਸ, ਜੇ ਇਹਦਾ ਦੁਨਿਆਵੀ ਇਨਸਾਫ ਨਹੀਂ ਹੁੰਦਾ ਤਾਂ ਸਾਰੇ ਸਿਆਸਤਦਾਨ ਨੰਗੇ ਨੇ, ਚਿਹਰੇ ਉਹਨਾਂ ਦੇ ਸਾਫ਼ ਦਿਸਦੇ ਨੇ। ਇਹ 'ਚ ਇਨਸਾਫ ਹੁਣ ਰਹਿਣਾ ਨਹੀਂਗਾ, ਕੁਦਰਤੀ ਇਨਸਾਫ ਹੋਈ ਜਾ ਰਿਹਾ, ਸਾਨੂੰ ਦਿਸਦੇ ਨਹੀਂ, ਕਈ ਵਾਰੀ ਅਸੀਂ ਵੇਖਣਾ ਨਹੀਂ ਚਾਹੁੰਦੇ। ਇਨਸਾਫ ਅਸੀਂ ਕੁਦਰਤ ਦਾ ਇਨਸਾਫ ਕੁਦਰਤ ਦੇ ਮਾਮਲਿਆਂ 'ਚ ਕਿਵੇਂ ਸੋਚ ਸਕਦੇ ਹਾਂ? ਰੱਬ ਦੇ ਮਾਮਲੇ 'ਚ, ਗੁਰੂ ਦੇ ਮਾਮਲੇ 'ਚ ਅਸੀਂ ਕੌਣ ਆ ਇਨਸਾਫ ਲੈਣ ਜਾਂ ਦੇਣ ਜਾਂ ਮੰਗ ਕਰਨ ਵਾਲੇ? ਉਹ ਤਾਂ ਉਹਦੇ ਅਲੌਕਿਕ ਵਰਤਾਰੇ ਨੇ, ਵਾਪਰ ਰਹੇ ਨੇ। ਸਹੀ ਗੱਲ।
ਮੈਂ ਜਾਂਦੇ ਜਾਂਦੇ ਸਰਦਾਰ ਸਾਹਿਬ ਜਿਹੜੇ ਤੁਸੀਂ ਉਹ ਨਹਿਰ 'ਚ ਛਾਲਾਂ ਮਾਰਨ ਵਾਲੀ ਜੀ। ਗੱਲ ਕਹਿੰਦੇ ਹੋ ਬੇਰੁਜ਼ਗਾਰਾਂ ਦੇ, ਦੇਖੋ ਕਾਰਨ ਇਹ ਆ ਕਿ ਜਿੰਨੇ ਵੀ ਬੇਰੁਜ਼ਗਾਰ ਨੇ, ਚਾਹੇ ਉਹ ਈਟੀਟੀ ਟੀਚਰ ਨੇ, ਚਾਹੇ ਕੋਈ ਦੂਸਰੇ ਨੇ, ਉਹ ਨਿਰੰਤਰ ਨੌਕਰੀਆਂ ਦੀ ਮੰਗ ਦੇ ਵਿੱਚ ਕੈਪਟਨ ਸਾਹਿਬ ਦਾ ਜਿਹੜਾ ਪਟਿਆਲੇ ਰਿਹਾਇਸ਼ ਆ ਉਹਨੂੰ ਘੇਰਨ ਜਾਂਦੇ ਨੇ। ਮੋਤੀ ਮਹਿਲ ਮੋਤੀ ਮਹਿਲ ਅੱਜ ਵੀ ਕੋਈ ਐਸਾ ਵਰਤਾਰਾ ਹੋਇਆ ਜੀ, ਪੁਲਿਸ ਨੇ ਉਹਨਾਂ ਨੂੰ ਖੰਡਾਇਆ, ਹੂੰ ਔਰ ਜਿੱਦਾਂ ਫਿਰ ਪੁਲਿਸ ਜਦੋਂ ਭਜਾਉਣ ਲੱਗਦੀ ਤੇ ਲਗਾਤਾਰ ਭਜਾਉਂਦੀ ਆ, ਹੂੰ ਜੋ ਸਾਹਮਣੇ ਆਉਂਦਾ ਵੀਡੀਓ ਫਿਲਮਾਂ ਤੋਂ ਕਿ ਲਗਾਤਾਰ ਉਹਨਾਂ ਦੇ ਮਗਰ ਪੈਰਵਾਈ ਕੀਤੀ ਜੀ, ਤੇ ਕਾਫੀ ਜਿਹੜੇ ਐਸੇ ਬੇਰੁਜ਼ਗਾਰ ਸਨ ਹੂੰ ਉਹਨਾਂ ਨੇ ਨਹਿਰ 'ਚ ਛਾਲਾਂ ਮਾਰ ਦਿੱਤੀਆਂ। ਹੂੰ ਸ਼ਾਇਦ ਇਹ ਇੱਕ ਬਦਨੁਮਾ ਦਾਗ ਹੈ ਕਿ ਜਿਹੜਾ ਸਾਨੂੰ ਇਹ ਸੋਚਣ ਲਈ ਮਜਬੂਰ ਕਰ ਗਿਆ ਕਿ ਜੇ ਪੁਲਿਸ ਦੀ ਮਾਰ ਤੋਂ ਬਚਣਾ ਆ, ਤਸ਼ੱਦਦ ਤੋਂ ਬਚਣਾ, ਤੇ ਫਿਰ ਨਹਿਰ 'ਚ ਖੁਦ ਛਾਲ ਮਾਰ ਦੇਣੀ ਜਿਹੜੀ ਆ ਉਹ ਵਧੀਆ ਇਨਸਾਫ ਸੀ। ਇਹ ਕਿਹੋ ਜਿਹਾ ਸਮਾਜਿਕ ਚਿਹਰਾ ਹੈ ਜੀ ਇਹ ਕਿਹੋ ਜਿਹਾ ਸਾਡਾ ਜਿਹੜਾ ਸਰੂਪ ਹੈ ਜੀ ਕਿ ਅਸੀਂ ਉਹਨਾਂ ਬੱਚਿਆਂ ਨੂੰ ਜਿਹੜੇ ਜੀਣ ਦਾ ਹੱਕ ਮੰਗਦੇ, ਬਿਲਕੁਲ। ਜਿਹੜੇ ਇਸ ਸਮਾਜ ਇੱਕ ਦੇ ਪਾਸੇ ਸਾਡੇ ਦਾਅਵੇ ਨੇ ਕਿ ਅਸੀਂ 5 ਲੱਖ ਨੌਕਰੀਆਂ ਦੇਤੀਆਂ, 6 ਲੱਖ ਹੋਰ ਦੇ ਦੇਣੀਆਂ, ਅੰਕੜੇ ਸਾਡੇ ਬਹੁਤ ਜ਼ਿਆਦਾ ਮਜ਼ਬੂਤ ਨੇ। ਇੱਕ ਸਵਾਲ ਇਹ ਹੋਈ ਕਿ ਕੀ ਆ ਜਿਹੜੇ ਅੰਕੜੇ ਨੇ ਇਹ ਉਹਨਾਂ ਅੰਕੜਿਆਂ 'ਚ ਉਹਨਾਂ ਉਮੀਦਵਾਰਾਂ ਦੇ ਵਿੱਚ ਸ਼ਾਮਲ ਨੇ, ਉਹਨਾਂ ਵਿੱਚ ਸ਼ਾਮਲ ਨੇ? ਜਾਂ ਦੂਸਰੀ ਗੱਲ ਇਹ ਕਿ ਜਦੋਂ ਨਵਜੋਤ ਸਿੰਘ ਸਿੱਧੂ ਇਹ ਗੱਲ ਕਰਦੇ ਨੇ ਕਿ ਦਿੱਲੀ ਪੁਲਿਸ ਆ ਕੇ ਲੱਖਾ ਸਿਧਾਣਾ ਦੇ ਚਾਚੇ ਦੇ ਪੁੱਤਰ ਨੂੰ ਫੜ ਕੇ ਤਸ਼ੱਦਦ ਕਰਦੀ ਆ, ਫਿਰ ਨਵਜੋਤ ਸਿੰਘ ਸਿੱਧੂ ਵਰਗੇ ਲੋਕਾਂ ਨੂੰ ਜਾਂ ਜਿਹੜੇ ਹਲਕੇ ਦੇ ਵਿਧਾਇਕ ਨੇ ਉੱਥੇ ਦੇ, ਈਵਨ ਮਹਾਰਾਣੀ ਪਰਨੀਤ ਕੌਰ ਜਿਹੜੇ ਦੇ ਮੈਂਬਰ ਪਾਰਲੀਮੈਂਟ ਨੇ ਪਟਿਆਲੇ ਦੇ, ਉਹਨਾਂ ਨੂੰ ਵੀ ਇਸ ਘਟਨਾ ਦਾ ਨੋਟਿਸ ਜ਼ਰੂਰ ਲੈਣਾ ਚਾਹੀਦਾ ਕਿ ਤੁਸੀਂ ਜੇ ਤੁਹਾਨੂੰ ਕੋਈ ਘੇਰਨ ਆ ਰਿਹਾ ਤੇ ਉਹਦੇ ਲਈ ਤਸ਼ੱਦਦ ਜਾਂ ਕੁੱਟਮਾਰ ਦੀ ਹੱਦ ਕੀ ਆ। ਪੁਲਿਸ ਦਾ ਚਿਹਰਾ ਮਾਨਵੀ ਹੋਣਾ ਹੀ ਚਾਹੀਦਾ, ਪੁਲਿਸ ਸਪੋਰਟਿਵ ਰੋਲ 'ਚ ਹੋਵੇ, ਲੇਕਿਨ ਇੰਜ ਹੁੰਦਾ ਨਹੀਂ। ਇਹ ਜਿਹੜੀ ਦਹਾਕਿਆਂ ਦੀ ਆਦਤ ਹੈ ਨਹੀਂ ਜਾਂਦੀ। ਸਰਦਾਰ ਸਾਹਿਬ, ਨਿਹੰਗ ਬਾੜੇ 'ਚ 2 ਬੰਦੇ ਜੀ ਪੁਲਿਸ ਵਾਲਿਆਂ ਤੇ ਹਮਲਾ ਕਰਦੇ ਆ, ਬਿਲਕੁਲ, ਤੇ ਪੁਲਿਸ ਚਾਰਟਰ ਦੇ ਵਿੱਚ ਵੀ ਇਹ ਲਿਖਿਆ ਹੈ ਜੀ ਕਿ ਤੁਸੀਂ ਕਦੋਂ ਕਿਸੇ ਤੇ ਜਾਨ ਲੈਣੀ, ਕਿਸੇ ਦੀ ਜੀ ਕਦੋਂ ਕਿਸੇ ਤੇ ਗੋਲੀ ਚਲਾਉਣੀ। ਜੀ ਅਸੀਂ ਜੇ ਮੰਨ ਲਓ, ਮੈਨੂੰ ਨਹੀਂ ਪਤਾ ਕਿ ਪੁਲਿਸ ਵਾਲਿਆਂ ਦੇ ਕਿੰਨੇ ਕੁ ਜ਼ਖਮ ਹੋਏ, ਉਹ ਵੀ ਇਨਸਾਨ ਨੇ, ਮਾੜਾ ਹੋਇਆ, ਜੀ ਜੀ, ਪਰ ਜ਼ਰੂਰੀ ਨਹੀਂ ਹੁੰਦਾ ਕਿ ਅਸੀਂ ਕਿਸੇ ਦੀ ਜਾਨ ਲੈ। ਬਿਲਕੁਲ, ਕਿਸੇ ਨੇ ਮਸਲਾ ਨਹੀਂ ਉਠਾਇਆ, ਜੀ, ਲੇਕਿਨ ਇਹ ਵੀ ਇੱਕ ਕਰੂਪ ਚਿਹਰਾ ਹੈ ਕਿ ਅਸੀਂ 2 ਜਾਨਾਂ ਲਈਆਂ। ਉੱਥੇ ਗਿਆ, ਉਹ ਨਿਹੰਗ ਸੀ, ਨਹੀਂ ਨਿਹੰਗ ਸੀ, ਉਹ ਆਮ ਬੰਦੇ ਸੀ, ਉਹ ਕ੍ਰਿਮੀਨਲ ਵੀ ਸੀ, ਲੇਕਿਨ ਹਰੇਕ ਨੂੰ ਇਸ ਤਰੀਕੇ ਨਾਲ ਅਸੀਂ ਨਹੀਂ ਕਰ ਸਕਦੇ ਕਿ ਸਿਰਫ ਗੋਲੀ ਆਖਰੀ ਹੱਲ ਆ। ਗੋਲੀ ਲੱਤ 'ਚ ਵੀ ਮਾਰੀ ਜਾ ਸਕਦੀ ਹੈ, ਗੋਲੀ ਪੈਰ 'ਚ ਵੀ ਮਾਰੀ ਜਾ ਸਕਦੀ ਹੈ, ਕਿਸੇ ਦੀ ਲੱਤ ਬਾਂਹ ਤੋੜੀ ਜਾ ਸਕਦੀ ਜਿਵੇਂ ਪੁਲਿਸ ਵਾਲੇ ਤੋੜਦੇ ਆ, ਲੇਕਿਨ ਸਵਾਲ ਹੈ ਕਿ ਤੁਸੀਂ ਜਾਨ ਕਿਵੇਂ ਲੈ ਸਕਦੇ। ਇਹੀ ਸਵਾਲ ਜਿਹੜਾ ਆ ਹੁਣ ਤੁਸੀਂ ਪਹਿਲੇ ਸਵਾਲ ਦਾ ਜਵਾਬ ਆਖਰ 'ਚ ਦੇ ਦਿੱਤਾ ਜੀ। ਆਖਰਕਾਰ ਬਾਈਬਲ ਕਲਾਂ ਜਾਂ ਕੋਟਕਪੂਰੇ ਜਾਂ ਬਰਗਾੜੀ ਜਿਹੜੇ ਧਰਨੇ ਸੀ ਉਹ ਸ਼ਾਂਤਮਈ ਸੀ, ਬਿਲਕੁਲ, ਗੁਰਬਾਣੀ ਦਾ ਪਾਠ ਹੋ ਰਿਹਾ ਸੀ, ਸਹੀ ਗੱਲ ਹੈ, ਲੇਕਿਨ ਉੱਥੇ ਵੀ ਗੋਲੀ ਚਲਾਈ, ਉੱਥੇ ਵੀ ਲਾਠੀਆਂ ਚੱਲੀਆਂ, ਡਾਂਗਾਂ ਚੱਲੀਆਂ, ਉੱਥੇ ਵੀ 2 ਬੰਦੇ ਮਾਰੇ ਗਏ। ਪੁਲਿਸ ਖਾਸ ਕਰਕੇ ਉਹ ਅਫਸਰ ਜਿਹੜੇ ਉਸ ਵੇਲੇ ਸਿਖਰ ਦੇ ਅਹੁਦੇ ਤੇ ਸੀ, ਉਹ ਕਹਿੰਦੇ ਸੀ ਸਾਡੇ ਤੇ ਹਮਲਾ ਹੋ ਗਿਆ। ਬਿਲਕੁਲ ਬਿਲਕੁਲ, ਪਹਿਲੀ FIR 'ਚ ਲਿਖਿਆ ਵੀ ਇਹੀ ਹੈ। ਬਿਲਕੁਲ। ਹੁਣ ਇਹ ਜਿਹੜੀ ਸਿੱਟ ਦੀ ਜਿਹੜੀ ਚੁਣੌਤੀ ਦਿੱਤੀ ਗਈ, ਇਹ ਕਿਹਾ ਕਿ ਜਿਹੜੇ ਸਾਡੇ 12 ਮੁਲਾਜ਼ਮ ਜ਼ਖਮੀ ਸੀ ਜਾਂ ਮੁਲਾਜ਼ਮ 40 ਸੀਟਾਂ ਜਿੰਨੇ ਵੀ, ਉਹਨਾਂ ਦੀ ਜੋ ਸੁਣਵਾਈ ਨਹੀਂ ਹੋਈ, ਉਹਨਾਂ ਨੂੰ ਇਨਸਾਫ ਨਹੀਂ ਮਿਲਿਆ। ਜਿਹੜੇ ਜ਼ਖਮੀ ਸੀ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ। ਤੁਸੀਂ ਹਾਈ ਕੋਰਟ 'ਚ ਜਾ ਕੇ ਹੋਈ ਜਾਂਚ ਤੇ ਰੋਕ ਲਵਾ ਲਈ, ਲੇਕਿਨ ਜਿਹੜੇ ਮਰ ਗਏ ਉਹਨਾਂ ਦੇ ਲਈ ਤੁਹਾਡੇ ਕੋਲ ਕੁਝ ਨਹੀਂ ਸੀ। ਔਰ ਉਹ ਜਿਹੜੇ ਮਰ ਗਏ ਸਰਦਾਰ ਸਾਹਿਬ, ਦੇਖੋ ਉਹ ਕਿਸ ਕਾਜ ਲਈ ਬੈਠੇ ਸੀ। ਬਿਲਕੁਲ, ਉਹ ਕਿਸੇ ਨਿੱਜੀ ਕੰਮ ਲਈ ਨਹੀਂ ਬੈਠੇ ਸੀ, ਉਹਨਾਂ ਨੇ ਕੋਈ ਹਥਿਆਰ ਨਹੀਂ ਸੀ ਚੁੱਕੇ, ਉਹ ਸਟੇਟ ਦੇ ਖਿਲਾਫ ਵਿਦਰੋਹ ਨਹੀਂ ਸੀ ਕਰ ਰਹੇ, ਬਿਲਕੁਲ, ਉਹ ਤਾਂ ਸ਼ਾਂਤਮਈ ਆਪਣੇ ਆਸਥਾ ਨੂੰ ਲੱਭਣ ਤੁਰੇ ਸੀ। ਬਿਲਕੁਲ, ਔਰ ਉਹਨਾਂ ਦੀ ਆਸਥਾ ਨੂੰ ਜਦੋਂ ਉਹ ਦੁਬਾਰਾ ਇਨਸਾਫ ਮੰਗਣ ਤੁਰੇ, ਉਦੋਂ ਤੁਹਾਡੀ ਸਰਕਾਰ ਨੇ ਸ਼ਾਮਲ ਹੋ ਕੇ ਯਕੀਨ ਦਿਵਾਇਆ ਕਿ ਅਸੀਂ ਤੁਹਾਡੇ ਨਾਲ ਹੈ। ਬਰਗਾੜੀ ਦੇ ਵਿੱਚ ਹੋਇਆ, ਬਰਗਾੜੀ ਦੇ ਵਿੱਚ। ਹਾਂ, ਹੁਣ ਅੱਜ ਤੁਸੀਂ ਸਾਰੇ ਹੀ ਨਹੀਂ, ਫਿਰ ਸਰਦਾਰ ਸਾਹਿਬ ਯਕੀਨ ਹੀ ਇਕੱਲਾ ਨਹੀਂ ਦਵਾਇਆ, ਬਿਲਕੁਲ, ਫਿਰ ਉਹ ਤੇ ਸੰਵਿਧਾਨਕ ਮੋਹਰ ਲਾਈ, ਵਿਸ਼ੇਸ਼ ਸੈਸ਼ਨ ਸੱਦ ਕੇ ਤੁਸੀਂ ਉਹਨੂੰ ਔਨ ਰਿਕਾਰਡ ਲਿਆਂਦਾ ਕਿ ਸਾਡੇ ਪ੍ਰੋਮਿਸਿਸ ਤੁਹਾਡੇ ਨਾਲ ਆ ਨੇ। ਹਾਂ, ਤੇ ਫਿਰ ਹੁਣ ਕਿਹੜੇ ਠੰਡੇ ਬਸਤੇ 'ਚ ਚਲੇ ਗਏ। ਬਿਲਕੁਲ, ਗੱਲ ਤੇ ਫਿਰ ਉੱਥੇ ਆਈ ਕਿ ਇੱਕ ਜੱਟ ਦੇ ਖੇਤ ਨੂੰ ਅੱਗ ਲੱਗੀ, ਵੇਖੋ ਆਣ ਕੇ ਕਦੋਂ ਬੁਝਾਉਣ ਵਧਾਈ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ।